ਜੇ ਅੱਜ ਤੱਕ ਦਿੱਲੀ ਦੀ ਕਮੇਟੀ ਵੱਖਰੀ ਚੱਲਦੀ ਸੀਗੀ ਤਾਂ ਫਿਰ ਹਰਿਆਣੇ ਦੀ ਵੱਖਰੀ ਕਮੇਟੀ ਬਣਨ ਦੇ ਨਾਲ ਕਿਹੜਾ ਨੁਕਸਾਨ ਹੋਣਾ ਆ। ਪਹਿਲਾਂ ਵੀ ਤਾਂ ਤੁਸੀਂ ਆਫ ਏਅਰ ਗੱਲ ਕਰਦਿਆਂ ਦੱਸਿਆ ਕਿ ਪ੍ਰਬੰਧ ਤਾਂ ਬਹੁਤਾ ਹਰਿਆਣੇ ਵਾਲੀ ਸਾਂਭਦੇ ਸੀਗੇ। ਇਹ 1972 ਚ ਪੈਦਾ ਹੋਈ ਹੈ, ਸਾਡੀ 1925 ਦੇ ਐਕਟ ਬਣਿਆ, ਉਹ ਸਾਡੇ ਐਕਟ ਥੱਲੇ ਨਹੀਂ ਸੀਗਾ। ਇਹ ਬੜੇ ਭੁਲੇਖੇ, ਮੈਂ ਹੈਰਾਨ ਹੈ ਕਿ ਸਿਰਸਾ ਜੀ ਬੋਲ ਰਹੇ ਸੀ ਕਿ ਦਿੱਲੀ ਕਮੇਟੀ ਵੀ ਤਾਂ ਪਹਿਲਾਂ ਵੱਖਰੀ ਹੋਈ ਹੈ। ਹੁਣ ਸਿਰਸਾ ਜੀ ਵਰਗੇ ਜਿਹੜੇ ਪ੍ਰਧਾਨ ਰਹੇ ਹੋਣ ਉੱਥੇ, ਉਹਨੂੰ ਇਸ ਗੱਲ ਦਾ ਨਹੀਂ ਗਿਆਨ, ਆਮ ਸੰਗਤ ਨੂੰ ਕੀ ਗਿਆਨ ਹੋਏਗਾ। ਕੰਮ ਤਾਂ ਸੀ ਸੇਵਾ ਸੰਭਾਲ ਦਾ, ਪਰ ਹੁਣ ਕਬਜ਼ਿਆਂ ਦੀ ਚਰਚਾ ਚੱਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਸ਼ਾਖਾ ਬਣ ਕੇ ਹਰਿਆਣੇ ਦੀ ਵੱਖਰੀ ਕਮੇਟੀ ਕੰਮ ਕਰਦੀ ਹੈ ਤੇ ਉਹਦੇ ਵਿੱਚ ਇਤਰਾਜ਼ ਕੀ ਹੈ? ਤੁਸੀਂ ਹੈਰਾਨ ਹੋਵੋਗੇ ਕਿ ਹਰਿਆਣਾ ਕਮੇਟੀ ਬੁਰੀ ਤਰ੍ਹਾਂ ਹਰੀ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਸਾਰੀ ਸਿੱਖ ਕੌਮ ਨੇ ਸਾਡੇ ਮੈਂਬਰਾਂ ਨੂੰ ਜਿਤਾਇਆ। 11 ਮੈਂਬਰ 2011 ਦੇ ਵਿੱਚ ਉੱਥੇ ਪੂਰੇ ਜਿੱਤੇ ਸਾਡੇ। ਹੁਣ ਤੁਸੀਂ ਇਹ ਦੱਸੋ ਵੀ ਹਰਿਆਣੇ ਦੇ ਸਿੱਖ ਚਾਹੁੰਦੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਵੱਖਰੇ ਹੋਈਏ? ਨਹੀਂ ਚਾਹੁੰਦੇ। ਹੁਣ ਇੱਕ ਦੱਸੋ ਵੀ ਸ਼੍ਰੋਮਣੀ ਕਮੇਟੀ ਨਾ ਤੇ ਹਰਿਆਣੇ ਦੀ ਹੈ, ਨਾ ਇਹ ਪੰਜਾਬ ਦੀ ਹੈ, ਇਹ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲਦੀ ਹੈ। ਹਰਿਆਣੇ ਦੇ ਮੈਂਬਰ ਨਹੀਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ। ਡੇਰਿਆਂ ਵਾਲੇ ਹੈ, ਉਹ ਵੀ ਕਹਿੰਦੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਕਦਰ ਕਰਦੇ ਹਾਂ, ਉਹ ਵੀ ਕਹਿੰਦੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਹੈ। ਪਰ ਦੱਸੋ, ਕੋਈ ਦੱਸੋ ਡੇਰਾ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੋਵੇ। ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਤਾਂ ਵੈਸੇ ਹੀ ਡੇਰਿਆਂ ਨੂੰ ਪ੍ਰਮਾਣਿਤ ਨਹੀਂ ਕਰਦਾ, ਉਹ ਮਰਿਆਦਾ ਰੱਖਦੇ ਨਹੀਂ ਰੱਖਦੇ, ਉਹ ਗੱਲ ਹੀ ਵੱਖਰੀ ਆ। ਤੇ ਇਹ ਤਾਂ ਕੰਮ ਹੀ ਬੜਾ ਸੌਖਾ ਕਿ ਜੇ ਇਦਾਂ ਦੀ ਚੀਜ਼ ਹੋ ਰਹੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਆਪਣੇ ਮੈਂਬਰ ਖੜੇ ਕਰੇ, ਉਹ ਜਿੱਤਣ ਤੇ ਪ੍ਰਬੰਧ ਆਪਣੇ ਆਪ ਤੁਹਾਡੇ ਅਧੀਨ ਆ ਜਾਂਦਾ। ਉਹ ਸਾਰੀਆਂ ਚੀਜ਼ਾਂ ਇਸ ਤੇ ਹੋਰ ਵੀ ਸਾਡੇ ਅੰਦਰ ਹੀ ਹੈ। ਦੇਖੋ, ਇਹਦਾ ਵੀ ਕੋਈ ਸਿਸਟਮ ਹੈ, ਕਿਸੇ ਤਰੀਕੇ ਨਾਲ ਰਹਿਣਾ ਹੁੰਦਾ ਹੈ। ਸਾਡੇ ਧਾਰਮਿਕ ਅਦਾਰਿਆਂ 'ਚ ਧਰਨਿਆਂ ਦੀ ਵੈਸੇ ਗੁਰਮਤਿ ਵਿੱਚ ਹੈ ਹੀ ਨਹੀਂ। ਅਸੀਂ ਕਾਨੂੰਨੀ ਲੜਾਈ ਲੜਾਂਗੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਖੁਦ ਧਰਨੇ ਲਾ ਰਹੀ ਹੈ ਇੱਥੇ। ਉਹਦੇ ਧਰਨੇ ਜਿਹੜੇ ਸੀ, ਰੋਸ ਇਹ ਸੀਗਾ ਜਿਹੜੇ ਸਿੱਖਾਂ ਦੇ ਅੰਦਰ ਨਜ਼ਰਬੰਦ ਨਹੀਂ ਕੱਢ ਨਹੀਂ ਰਹੇ। ਉਹਨੇ ਜੇਲਾਂ, ਉਹਨਾਂ ਨੇ ਕਿਹੜੀ ਕੋਈ ਤੋੜ ਭੰਨ ਕੀਤੀ ਕਿਤੇ? ਉੱਥੇ ਦਾ ਚੜਾਵਾ, ਇਹ ਜਿਹੜੇ ਝੂਠ ਬੋਲਦੇ ਨੇ ਜੀ 200 ਕਰੋੜ ਰੁਪਏ ਸਾਲ ਦਾ ਲੈ ਜਾਂਦੇ, ਬੜਾ ਅਫਸੋਸ ਹੈ ਮੈਨੂੰ। ਉਸ ਦਾ ਬਜਟ ਇਸ ਸਾਲ ਦਾ 48 ਕਰੋੜ ਹੈ। 48 ਕਰੋੜ ਵੀ ਹੈ। ਤੇ ਬੀਬੀ ਜੀ ਜਗਦੀਸ਼ ਸਿੰਘ ਝੀਂਡਾ ਹੋਰਾਂ ਨੇ ਇਹ ਖੁੱਲ੍ਹ ਕੇ ਗੱਲ ਕਹੀ ਆ। ਉਹ ਕਹਿੰਦੇ ਸਾਡੇ ਕੋਲੋਂ ਹਿੱਸਾ ਤਾਂ ਲੈ ਜਾਂਦੇ ਆ, ਪਰ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿਤੇ ਲੋੜ ਵੇਲੇ ਲੈਣ ਲਈ ਜਾਂਦੇ ਤੇ ਸਾਨੂੰ ਇਹ ਕਿਹਾ ਜਾਂਦਾ, ਲਓ ਜੀ ਮੰਗਣ ਵਾਲੇ ਆ ਗਿਆ ਹਰਿਆਣੇ ਤੋਂ। ਇਹ ਤਾਂ ਐਵੇਂ ਗੱਲਾਂ ਬਣਾਉਣ ਵਾਲੀ ਗੱਲ ਹੈ ਜੀ, ਬੜਾ ਅਫਸੋਸ ਹੈ ਸਾਨੂੰ। ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਲਾਇਬਿਲਟੀ ਹੈ। ਇਹ ਕੋਈ ਮੈਂਬਰਾਂ ਨੇ ਘਰ ਲੈ ਜਾਣਾ? ਚਲੋ ਵਾਹਿਗੁਰੂ ਕਰੇ ਇਹਨਾਂ ਕੋਈ ਜਾਏ ਨਾ, ਪ੍ਰਬੰਧ ਨਾ ਜਾਏ। ਜੇ 200 ਕਰੋੜ ਇੱਦਾਂ ਕਰ ਸਾਲ ਦਾ ਪੈਦਾ ਕਰਕੇ ਦੱਸ ਦਿਓ, ਫਿਰ ਮੰਨ ਜਾਂਦੇ ਅਸੀਂ। ਤੁਸੀਂ ਵੱਖਰੀ ਕਮੇਟੀ ਪ੍ਰਵਾਨ ਕਰਨ ਨੂੰ ਤਿਆਰ ਹੋ? ਅਸੀਂ, ਮੈਂ ਕਿਹਾ ਇਹ ਕਰਕੇ ਦੱਸ ਦਿਓ। ਇਹਨਾਂ ਕੋਲ 2 ਮਹੀਨੇ ਜੇ ਪ੍ਰਬੰਧ ਚੱਲ ਜੇ ਨਾ, 2 ਮਹੀਨੇ ਤੇ ਸਾਡਾ ਨਾਮ ਕੱਟ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਕਬਜ਼ਾ ਇਹਨਾਂ ਗੁਰਦੁਆਰਿਆਂ ਦੇ ਉੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਹਿੰਦੇ ਜੀ ਹਰਿਆਣੇ ਵਾਲਿਆਂ ਨੇ ਕਬਜ਼ਾ ਕਰ ਲਿਆ। ਸੇਵਾ ਦੇ ਵਿੱਚ ਕਬਜ਼ਾ ਸ਼ਬਦ ਤਾਂ ਵੈਸੇ ਹੀ ਚੰਗਾ ਨਹੀਂ ਲੱਗਦਾ। ਅਸੀਂ ਤੇ ਕਬਜ਼ਾ ਕਿਹਾ ਹੀ ਨਹੀਂ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਹਿਲੀ ਵਾਰੀ ਵਰਤਿਆ ਸੀ ਸ਼ਬਦ। ਪਰ ਚਲੋ, ਲੋਕ ਆਪਣੇ ਥਾਂ ਸੱਚੇ ਹੈ। ਸਰਕਾਰ ਦੇ ਵਿੱਚ ਕਿਉਂਕਿ ਪੰਥੀ ਸਰਕਾਰ ਸਮਝਦੀ ਹੈ, ਆਮ ਤੌਰ ਦੇ ਉੱਤੇ ਧਾਰਨਾ ਹੀ ਬਣੀ ਹੈ ਕਿ ਸਿੱਖ ਕੌਮ ਜਿਹੜੀ ਹੈ ਇਹ ਬੀਜੇਪੀ ਨਾਲ ਬਹੁਤੀ ਜਾਂਦੀ ਨਹੀਂ। ਇਹ ਆਰਐਸਐਸ ਨੂੰ ਉਹਦਾ ਇੰਟਰਫੀਰੈਂਸ ਪਸੰਦ ਨਹੀਂ ਕਰਦੇ। ਇਹੀ ਹੈ ਨਾ ਜੀ, ਸਾਰੇ ਸਿੱਖ ਕਦੀ ਵੀ ਨਹੀਂ ਬਰਦਾਸ਼ਤ ਕਰਦੇ ਵੀ ਕੋਈ ਵੀ ਵਿਚਾਰਧਾਰਕ ਤੌਰ ਤੇ ਵੀ ਦੋਨਾਂ ਦੀਆਂ ਵੱਖਰਤਾਵਾਂ ਆ। ਫਰਕ ਹੈ। ਉਹ ਆਪਣਾ ਕਰਨ, ਸਾਨੂੰ ਕੋਈ ਨਹੀਂ ਤਕਲੀਫ, ਕਿਉਂਕਿ ਉਹਨਾਂ ਦੀ ਆਰਐਸਐਸ ਆਪਣਾ ਕੰਮ ਕਰੇ, ਆਪਣਾ ਸਾਨੂੰ ਕੋਈ ਤਕਲੀਫ ਨਹੀਂ। ਪਰ ਜਦੋਂ ਵਿੱਚ ਕੋਈ ਦਖਲਅੰਦਾਜ਼ੀ ਕਰੇਗਾ ਫਿਰ ਤਕਲੀਫ ਹੁੰਦੀ ਹੈ। ਅਕਾਲੀ ਦਲ ਦੀ ਕਵਾਂਗੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਵਾਂਗੇ, ਉਹਨਾਂ ਦੀ ਆਰਐਸਐਸ ਹੈਗੀ ਹੈ ਤੇ ਤੁਸੀਂ ਪੋਲੀਟੀਕਲੀ ਉਹਨਾਂ ਦੇ ਨਾਲ 2 ਦਹਾਕੇ ਤੋਂ ਵੱਧ ਸਮਾਂ ਇਕੱਠੇ ਰਹੇ, ਉਦੋਂ ਕੋਈ ਦਖਲਅੰਦਾਜ਼ੀ ਮਹਿਸੂਸ ਨਹੀਂ ਹੋਈ ਤੇ ਅੱਜ ਇੱਕ ਫੈਸਲੇ ਦੇ ਨਾਲ ਤੁਹਾਨੂੰ ਆਰਐਸਐਸ ਪ੍ਰਭਾਵਿਤ ਕਰਨ ਲੱਗ ਪਈ। ਪਟਿਆਲੇ ਦੇ ਵਿੱਚ ਸੈਣੀ ਮਾਜਰਾ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਜਿਹੜਾ ਉਹ ਹੈਗਾ ਆ, ਉਹ 9 ਕਿੱਲੇ ਉਹਦੀ ਜ਼ਮੀਨ ਵੇਚਣ ਨੂੰ ਵੀ ਚਰਚਾ ਚੱਲਦੀ ਪਈ। ਉੱਥੇ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਹੋਰੀ ਕਹਿ ਰਿਹਾ ਕਿ ਕਮੇਟੀ ਗਲਤ ਕਰ ਰਹੀ ਹੈ, ਉਸ ਜ਼ਮੀਨ ਨੂੰ ਵੇਚ ਰਹੀ ਆ। ਫਿਰ ਇਹ ਵੀ ਤਾਂ ਵਿਰਾਸਤ ਦੇ ਵਿੱਚ ਹੀ ਇਹ ਚੀਜ਼ਾਂ। ਬੜਾ ਸੌਖਾ ਹੁੰਦਾ ਹੈ, ਉਹਨੂੰ ਸਾਬਤ ਕਰਨਾ ਬੜਾ ਔਖਾ ਹੁੰਦਾ। ਇੰਨੇ ਨਿਆਣੀ ਨਹੀਂ ਸ਼੍ਰੋਮਣੀ ਕਮੇਟੀ ਜਿੰਨੇ ਲੋਕੀ ਸਮਝੀ ਜਾਂਦੇ ਆ ਗੱਲਾਂ ਦੀ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤੇ ਇੱਕ ਆਵਾਜ਼ ਗੂੰਜਦੀ ਨਜ਼ਰ ਆਉਂਦੀ ਹੈ, ਖੇਤਰੀ ਪਾਰਟੀ ਮਤਲਬ ਸ਼੍ਰੋਮਣੀ ਅਕਾਲੀ ਦਲ। ਕਿਉਂਕਿ ਕਾਂਗਰਸ ਤੋਂ ਬਾਅਦ ਜੇ ਕੋਈ ਸਭ ਤੋਂ ਵੱਧ ਪੁਰਾਣੀ ਪਾਰਟੀ ਹੈ, ਖਾਸ ਤੌਰ ਤੇ ਖੇਤਰੀ ਪਾਰਟੀਆਂ 'ਚ ਸਭ ਤੋਂ ਵੱਧ ਪੁਰਾਣੀ ਪਾਰਟੀ ਹੈ ਤੇ ਉਹ ਹੈ ਸ਼੍ਰੋਮਣੀ ਅਕਾਲੀ ਦਲ। ਇਤਿਹਾਸ ਦੇ ਵਰਕੇ ਫਰੋਲੋਗੇ ਤੇ ਤੁਹਾਨੂੰ ਸੁਨਹਿਰੀ ਇਤਿਹਾਸ ਮਿਲੇਗਾ, ਪਰ ਅੱਜ ਦੇ ਵਰਕਿਆਂ ਦੇ ਉੱਤੇ ਕੁਝ ਹੋਰ ਉਕਰਿਆ ਹੋਇਆ ਨਜ਼ਰ ਆਏਗਾ। ਤੇ ਸ਼੍ਰੋਮਣੀ ਅਕਾਲੀ ਦਲ ਕਿੱਥੋਂ ਨਿਕਲਦਾ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ
ਤੇ ਚਾਹੇ ਗੁਰਦੁਆਰਾ ਸੁਧਾਰ ਲਹਿਰ ਹੋਵੇ, ਚਾਹੇ ਮੋਰਚੇ ਲੱਗੇ ਹੋਣ, ਚਾਹੇ ਮਹੰਤਾਂ ਤੋਂ ਕਬਜ਼ਾ ਛੁਡਵਾਉਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਹੋਣ, ਇਤਿਹਾਸ ਉਹਦਾ ਵੀ ਸੁਨਹਿਰੀ ਹੈ, ਲਹੂ ਭਿੱਜਿਆ ਹੈ। ਪਰ ਅੱਜ ਉਹਦੇ ਮੌਜੂਦਾ ਸਥਿਤੀਆਂ ਦੇ ਵਿੱਚ ਜੋ ਚਰਚਾ ਚੱਲਦੀ ਹੈ, ਜੋ ਕਬਜ਼ਿਆਂ ਵਾਲੀ ਸ਼ਬਦਾਵਲੀ ਵਰਤੀ ਜਾਣ ਲੱਗ ਪਈ ਆ ਗੁਰਦੁਆਰਾ ਸਾਹਿਬਾਨ 'ਤੇ, ਕੰਮ ਤਾਂ ਸੀ ਸੇਵਾ ਸੰਭਾਲ ਦਾ, ਪਰ ਹੁਣ ਕਬਜ਼ਿਆਂ ਦੀ ਚਰਚਾ ਚੱਲਦੀ ਹੈ। ਖਾਸ ਤੌਰ ਤੇ ਇਸ ਸਮੇਂ ਚਰਚਾ ਜ਼ਿਆਦਾ ਚੱਲ ਰਹੀ ਹੈ ਵੱਖਰੀ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿ ਬਣੀ ਹੈ, ਨਹੀਂ ਬਣਨੀ ਚਾਹੀਦੀ ਸੀ, ਜਾਂ ਇਹਨੂੰ ਕਬੂਲ ਕਰ ਲੈਣਾ ਚਾਹੀਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਡਾ ਲਾ ਕੇ ਬਹਿ ਗਈ ਹੈ ਕਿ ਭਾਵੇਂ ਕਾਨੂੰਨੀ ਲੜਾਈ ਲੜਨੀ ਪਵੇ, ਭਾਵੇਂ ਜ਼ਮੀਨੀ ਲੜਾਈ ਲੜਨੀ ਪਵੇ, ਅਸੀਂ ਇਹਨੂੰ ਨੇਪਰੇ ਨਹੀਂ ਚੜ੍ਹਨ ਦਿਆਂਗੇ। ਉਧਰ ਹਰਿਆਣੇ ਦੇ ਵਿੱਚ ਵੱਖਰੀ ਹਰਿਆਣਾ ਕਮੇਟੀ ਨੂੰ ਲੈ ਕੇ ਵੱਖਰੀ ਕਸ਼ਮਕਸ਼। ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਸੀ, ਉਹਨਾਂ ਨੂੰ ਲਾ ਕੇ ਜਗਦੀਸ਼ ਸਿੰਘ ਝੀਂਡਾ ਹੋਰਾਂ ਨੂੰ ਦੁਬਾਰਾ ਫਿਰ ਪ੍ਰਧਾਨ ਬਣਾ ਦਿੱਤਾ ਗਿਆ, ਜਿਹੜੇ ਪਿੱਛੇ ਜਿਹੇ ਥੋੜ੍ਹਾ ਜਿਹਾ ਪਰਾਂ ਹੋ ਗਏ ਸੀਗੇ। ਪਰ ਉਧਰਲੇ ਪਾਸੇ ਵੀ ਇਹੀ ਚੀਜ਼ਾਂ ਚੱਲਦੀਆਂ ਪਈਆਂ। ਹੁਣ ਇਸ ਕਸ਼ਮਕਸ਼ ਦੇ ਵਿੱਚ ਸਿੱਖ ਸੰਗਤ ਕਿੱਥੇ ਖੜੀ ਹੈ? ਸਿੱਖ ਸੰਗਤ ਨੂੰ ਸਪਸ਼ਟ ਕੌਣ ਕਰੇਗਾ ਕਿ ਅਸਲ ਦੇ ਵਿੱਚ ਹਕੀਕੀ ਹਾਲਾਤ ਇਹ ਨੇ? ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਛੇ ਜਾਣਗੇ ਕਿ ਜੇ ਅੱਜ ਤੱਕ ਦਿੱਲੀ ਦੀ ਕਮੇਟੀ ਨੂੰ ਕਬੂਲ ਕੀਤਾ ਗਿਆ ਤਾਂ ਹਰਿਆਣੇ ਵਾਲੀ ਕਮੇਟੀ ਨੂੰ ਕਿਉਂ ਨਹੀਂ ਕਬੂਲ ਕੀਤਾ ਜਾ ਰਿਹਾ? ਕਿਉਂ ਕਿਹਾ ਜਾ ਰਿਹਾ ਕਿ ਇਹਦੇ ਨਾਲ ਪੰਥ ਦੇ ਵਿੱਚ ਪਾੜ ਪਾਇਆ ਜਾ ਰਿਹਾ, ਵੱਖਰਾ ਕੀਤਾ ਜਾ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ? ਸੋ ਸਵਾਲ ਇਹ ਬਹੁਤ ਗੰਭੀਰ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਲੋੜੀਂਦੇ ਨੇ। ਕੋਸ਼ਿਸ਼ ਕਰਾਂਗੇ ਕਿ ਅੱਜ ਇਹਨਾਂ ਦੇ ਜਵਾਬ ਲਈਏ, ਕਿਉਂਕਿ ਅੱਜ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰੀ ਮੌਜੂਦ ਨੇ। ਆਪਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ। ਬੀਬੀ ਜੀ, ਜੀ ਆਇਆਂ ਨੂੰ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਇਸ ਵੇਲੇ ਇੱਕ ਕਸ਼ਮਕਸ਼ ਕਹਿ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਦੁਚਿੱਤੀ ਕਹਿ ਲਓ, ਇੱਕ ਅੜਚਨ ਕਹਿ ਲਓ, ਔਰ ਪਰਖ ਦੀ ਘੜੀ ਕਹਿ ਲਓ, ਜੋ ਮਰਜ਼ੀ ਕਹਿ ਲਓ। ਕੰਮ ਇੱਦਾਂ ਆ ਕਿ ਜਿਹੜਾ ਵੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਏਗੀ, ਉਹਦੇ 'ਤੇ ਅੱਗੇ ਕਈ ਤਰੀਕੇ ਦਾ ਭਵਿੱਖ ਟਿਕਿਆ ਹੋਏਗਾ। ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਆ ਹਰਿਆਣੇ 'ਚ, ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ, ਪਰ ਉਹ ਵੱਖਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰਾਂਗੇ, ਕਿਉਂਕਿ ਇਹ ਤਰੀਕਾ ਹੈਗਾ ਆ, ਰਾਹ ਹੈਗਾ ਆ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਦਾ। ਕਿਵੇਂ ਲੱਗਦਾ ਕਿ ਵੱਖਰੀ ਕਮੇਟੀ ਬਣ ਜਾਣੀ ਆ ਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਹੋ ਜਾਣਾ, ਪੰਥ ਦੋ ਫਾੜ ਹੋ ਜਾਣਾ? ਜੇ ਅੱਜ ਤੱਕ ਦਿੱਲੀ ਦੀ ਕਮੇਟੀ ਵੱਖਰੀ ਚੱਲਦੀ ਸੀਗੀ ਤਾਂ ਫਿਰ ਹਰਿਆਣੇ ਦੀ ਵੱਖਰੀ ਕਮੇਟੀ ਬਣਨ ਦੇ ਨਾਲ ਕਿਹੜਾ ਨੁਕਸਾਨ ਹੋਣਾ ਆ? ਪਹਿਲਾਂ ਵੀ ਤਾਂ ਤੁਸੀਂ ਆਫ ਏਅਰ ਗੱਲ ਕਰਦਿਆਂ ਦੱਸਿਆ ਕਿ ਪ੍ਰਬੰਧ ਤਾਂ ਬਹੁਤਾ ਹਰਿਆਣੇ ਵਾਲੀ ਸਾਂਭਦੇ ਸੀਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਕਿਸ ਤਰ੍ਹਾਂ ਆਈ। ਜਦੋਂ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ, ਮਸੰਦਾਂ ਦਾ ਕਬਜ਼ਾ ਸੀ, ਬਦਫੈਲੀਆਂ ਗੁਰਦੁਆਰਿਆਂ 'ਚ ਹੁੰਦੀਆਂ ਸੀ, ਅੰਗਰੇਜ਼ਾਂ ਨੇ ਆਪਣੇ ਹੱਥ ਠੋਕ ਕੇ ਰੱਖੇ ਹੋਏ ਸੀ, ਗੁਰਮਤ ਦਾ ਕਾਣ ਹੋ ਰਿਹਾ ਸੀਗਾ, ਬਹੁਤ ਗੁਰਦੁਆਰਿਆਂ ਦੀ ਬਰਬਾਦੀ ਹੋ ਰਹੀ ਸੀ। ਉਸ ਵੇਲੇ ਸਿੱਖ ਸੰਗਤ ਨੇ ਮਹਿਸੂਸ ਕੀਤਾ ਕਿ ਇਹ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਕੌਮ ਦੇ ਕੋਲ ਹੋਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1922 'ਚ ਬਣ ਗਈ, ਉਹ ਤੋਂ 1920 'ਚ ਬਣ ਗਈ। ਉਹ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਹੁਣ ਇਹਦਾ ਪ੍ਰਬੰਧ ਕਿੱਦਾਂ ਕਰਨਾ। ਪਹਿਲਾਂ 36 ਮੈਂਬਰੀ ਉੱਥੇ ਕਮੇਟੀ ਬਣਾ ਦਿੱਤੀ ਸਰਕਾਰ ਨੇ, ਉਹ ਵੀ ਉਹਨਾਂ ਨੇ ਵਿੱਚ ਲੈ ਕੇ ਤੇ ਫਿਰ ਬਾਕੀ ਕਮੇਟੀ ਵੱਡੀ ਕਰਕੇ ਬਣਾ ਲਈ 100 ਮੈਂਬਰੀ, 101 ਮੈਂਬਰੀ। ਹੁਣ ਇਹ ਤੋਂ ਅੱਗੇ ਜਿਹੜਾ ਪ੍ਰਬੰਧ ਸੀ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਨੇ ਲੈਣਾ ਸੀਗਾ। ਇੰਨੇ ਮੋਰਚੇ ਲੱਗੇ, ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਕਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਇਹ ਸਾਰੇ ਮੋਰਚਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਿਆ 1925 ਦੇ ਵਿੱਚ। ਫਿਰ ਕਿਤੇ ਜਾ ਕੇ ਚਾਬੀਆਂ ਮਿਲੀਆਂ ਸੀ ਇਹਨਾਂ ਨੂੰ। ਹੁਣ ਜਦੋਂ 1925 ਦਾ ਐਕਟ ਬਣਿਆ, ਉਸ ਵੇਲੇ ਮਹਾਤਮਾ ਗਾਂਧੀ ਵਰਗੇ, ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਵੱਡੇ ਲੀਡਰਾਂ ਨੇ ਕਿਹਾ ਸੀਗਾ ਕਿ ਅੱਜ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਜਿਹੜੀ ਉਹ ਜਿੱਤੀ ਗਈ। ਇਹਦਾ ਮਤਲਬ ਕਿ ਸਿੱਖਾਂ ਨੇ ਕੁਰਬਾਨੀਆਂ ਕਰਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸੰਘਰਸ਼ ਦਾ ਨੀਂਹ ਪੱਥਰ ਉੱਥੇ ਰੱਖ ਦਿੱਤਾ। ਹੁਣ ਜਿਹੜੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਸੰਸਥਾ ਤਿਆਰ ਕੀਤੀ ਹੋਵੇ, ਔਰ ਇਸ ਸੰਸਥਾ ਦੇ ਐਕਟ ਦੇ ਵਿੱਚ ਕਿਹੜੇ ਗੁਰਦੁਆਰੇ ਸੀ? ਆਮ ਗੁਰਦੁਆਰੇ ਨਹੀਂ, ਜਿਹੜੇ ਲੋਕ ਲੋਕਲ ਬੁਲਾਉਂਦੇ ਆ। ਇਹਦੇ 'ਚ ਉਹੀ ਗੁਰਧਾਮ ਸੀ ਜਿਹੜੇ ਇਤਿਹਾਸਕ ਗੁਰਦੁਆਰੇ। ਅੱਛਾ, ਤੁਸੀਂ ਜਿਹੜੀ ਦਿੱਲੀ ਦੀ ਗੱਲ ਕੀਤੀ ਨਾ ਜੀ, ਦਿੱਲੀ ਗੁਰਦੁਆਰੇ ਸਾਡੇ ਕੋਲ ਕਦੀ ਵੀ ਨਹੀਂ ਸੀ। ਉਹ 85 ਦੇ ਵਿੱਚ ਨਾ, ਨੋ, ਸਾਡੇ ਕੋਲ ਹੀ ਨਹੀਂ ਸੀ। ਇਹ ਪਹਿਲਾਂ ਲੋਕਲ ਗੁਰਦੁਆਰਿਆਂ ਦੇ ਸੀ, ਕਿਉਂਕਿ ਸਾਡੇ ਸ਼੍ਰੋਮਣੀ ਕਮੇਟੀ ਦੇ 1925 ਦੇ ਐਕਟ ਵਿੱਚ ਹੈ ਹੀ ਨਹੀਂ, ਸਾਡੇ ਕੋਲ ਸੇਵਾ ਸੰਭਾਲ ਹੈ ਹੀ ਨਹੀਂ ਸੀ ਇਹਨਾਂ ਦੀ।
ਇਹ ਤੇ 1972 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਸੰਘਰਸ਼ ਕੀਤਾ, ਉੱਥੇ ਲੜਾਈ ਲੜੀ, ਐਕਟ ਪਾਸ ਕਰਾਇਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਲੜ ਕੇ ਸੰਘਰਸ਼ ਕਰਕੇ ਫਿਰ ਉੱਥੇ ਗੁਰਦੁਆਰਾ ਸਿੱਖ ਗੁਰਦੁਆਰਾ ਜਿਹੜੀ ਕਮੇਟੀ ਸੀ, ਮੈਨੇਜਮੈਂਟ ਕਮੇਟੀ ਸੀ, ਉਹ ਬਣਾਈ ਦਿੱਲੀ ਦੀ। ਇਹ 1972 ਚ ਪੈਦਾ ਹੋਈ ਹੈ। ਸਾਡੀ 1925 ਦੇ ਚ ਐਕਟ ਬਣਿਆ, ਉਹ ਸਾਡੇ ਐਕਟ ਥੱਲੇ ਨਹੀਂ ਸੀ ਕੰਮ। ਇਹ ਬੜੇ ਭੁਲੇਖੇ, ਮੈਂ ਹੈਰਾਨ ਹੈ ਕਿ ਸਿਰਸਾ ਜੀ ਬੋਲ ਰਹੇ ਸੀ ਕਿ ਦਿੱਲੀ ਕਮੇਟੀ ਵੀ ਤਾਂ ਪਹਿਲਾਂ ਵੱਖਰੀ ਹੋਈ ਹੈ। ਹੁਣ ਸਿਰਸਾ ਜੀ ਵਰਗੇ ਜਿਹੜੇ ਪ੍ਰਧਾਨ ਰਹੇ ਹੋਣ ਉੱਥੇ, ਉਹਨੂੰ ਇਸ ਗੱਲ ਦਾ ਨਹੀਂ ਗਿਆਨ, ਤੇ ਆਮ ਸੰਗਤ ਨੂੰ ਕੀ ਗਿਆਨ ਹੋਏਗਾ। ਪਰ ਕੁੱਲ ਮਿਲਾ ਕੇ ਬੀਬੀ ਜੀ, ਜਿੰਨਾ ਤੁਸੀਂ ਇਤਿਹਾਸ ਨੂੰ ਫਰੋਲ ਕੇ ਖੋਲ ਕੇ ਦੱਸਿਆ, ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਇਤਿਹਾਸ ਵੱਲ ਅਸੀਂ ਝਾਤ ਹੀ ਨਹੀਂ ਮਾਰਦੇ। ਸਾਨੂੰ ਲੱਗਦਾ ਕਿ ਜੋ ਉਪਰਾ ਚੱਲਦਾ ਉਹੀ ਦੇਖ ਲਈ, ਉਹੀ ਠੀਕ ਹੈ, ਉਹੀ ਸੱਚ ਹੈ। ਅੰਤਿਮ ਸੱਚ ਕੋਈ ਵੀ ਨਹੀਂ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਪਰ ਕੁੱਲ ਮਿਲਾ ਕੇ ਮਸਲਾ ਤਾਂ ਫਿਰ ਉੱਥੇ ਆਣ ਕੇ ਖੜਦਾ ਹੈ। ਤੁਸੀਂ ਕਹਿੰਦੇ ਆ ਕਿ ਉੱਥੋਂ ਵੀ ਮੈਂਬਰ ਆਉਂਦੇ ਆ, ਗੁਰਦੁਆਰਿਆਂ ਦੀ ਸਾਂਭ ਸੰਭਾਲ ਪਹਿਲਾਂ ਵੀ ਉਹੀ ਹਰਿਆਣੇ ਵਾਲੇ ਕਰਦੇ ਆ। ਜੇ ਵੱਖਰੀ ਕਮੇਟੀ ਬਣਦੀ ਵੀ ਆ, ਜੇ ਉਹ ਕਮੇਟੀ ਕਹਿੰਦੀ ਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਆਪਣੇ ਆਪ ਨੂੰ ਮੰਨਦੇ ਆ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਸ਼ਾਖਾ ਬਣ ਕੇ ਹਰਿਆਣੇ ਦੀ ਵੱਖਰੀ ਕਮੇਟੀ ਕੰਮ ਕਰਦੀ ਹੈ, ਤੇ ਉਹਦੇ ਵਿੱਚ ਇਤਰਾਜ਼ ਕੀ ਹੈ? ਦੇਖੋ, ਗੱਲ ਤੇ ਪ੍ਰਬੰਧਾਂ ਦੀ ਹੈ। ਪ੍ਰਬੰਧ ਤੇ ਆਲਰੇਡੀ ਉੱਥੇ 11 ਮੈਂਬਰ ਹੈ, ਉਹੀ ਸਬ ਜੱਜ ਕਮੇਟੀਆਂ ਬਣੀਆਂ ਹੁੰਦੀਆਂ। 8 ਗੁਰਦੁਆਰੇ ਸਾਡੇ 85 ਚ ਹੈ, 30 ਗੁਰਦੁਆਰੇ ਦੂਜੇ ਹੈ, 30 ਲੋਕਲ ਕਮੇਟੀਆਂ ਨੇ। ਇਹਦਾ ਮਤਲਬ ਸਾਰਾ ਹੀ ਪ੍ਰਬੰਧ ਉੱਥੇ ਹਰਿਆਣੇ ਦੀ ਹੀ ਸੰਗਤ ਦੀ ਹੈ। ਔਰ ਹਰਿਆਣੇ ਦੀ ਹੀ ਸੰਗਤ ਨੇ, ਉਦੋਂ ਵੀ ਰੌਲਾ ਪਿਆ ਸੀ 2005 ਤੋਂ ਬਾਅਦ ਵੀ, ਉਦੋਂ ਰੌਲਾ ਪਿਆ ਸੀਗਾ ਜਦੋਂ ਝਿੰਡੇ ਹੋਰੀ ਸਾਰੇ ਲੱਗੇ ਸੀ। ਪਰ 11 ਚ ਜੋ ਚੋਣ ਹੋਈ, ਅਸੀਂ ਪਹਿਲਾਂ ਜਾ ਕੇ, ਮੈਂ ਪੂਰੇ ਪਿੰਡਾਂ 'ਚ ਘੁੰਮੀ, ਅਸੀਂ ਪੈਂਫਲੇਟ ਛਪਾਏ, ਇਹ ਗੱਲਾਂ ਦੱਸੀਆਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਹਰਿਆਣਾ ਕਮੇਟੀ ਬੁਰੀ ਤਰ੍ਹਾਂ ਹਾਰੀ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਸਾਰੀ ਸਿੱਖ ਕੌਮ ਨੇ ਸਾਡੇ ਮੈਂਬਰਾਂ ਨੂੰ ਜਿਤਾਇਆ। 11 ਮੈਂਬਰ 2011 ਦੇ ਵਿੱਚ ਉੱਥੇ ਪੂਰੇ ਜਿੱਤੇ ਸਾਡੇ। ਹੁਣ ਤੁਸੀਂ ਇਹ ਦੱਸੋ ਵੀ ਹਰਿਆਣੇ ਦੇ ਸਿੱਖ ਚਾਹੁੰਦੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਵੱਖਰੇ ਹੋਈਏ? ਨਹੀਂ ਚਾਹੁੰਦੇ। ਭਾਵ ਵੀ ਐਡੀ ਵੱਡੀ ਸੇਵਾ ਸਾਡੇ ਕੋਲ ਸੀ, ਤੇ ਤੁਸੀਂ ਐਡੀ ਵੱਡੀ ਸੇਵਾ ਖੋ ਕੇ ਪੂਰੇ ਪੰਜਾਬ ਦੇ ਗੁਰਦੁਆਰਿਆਂ ਦੀ, ਪੂਰੇ ਗੁਰਧਾਮਾਂ ਦੀ, ਪੂਰੇ ਤਖਤਾਂ ਦੀ ਸੇਵਾ ਸਾਡੇ ਹਰਿਆਣੇ ਦੇ ਮੈਂਬਰ ਜਿਹੜੇ ਸੀ ਉਹ ਨਾਲ ਸੀ, ਸਾਂਝੀਵਾਲ ਸੀ। ਹੁਣ ਇੱਕ ਦੱਸੋ ਵੀ ਸ਼੍ਰੋਮਣੀ ਕਮੇਟੀ ਨਾ ਤੇ ਹਰਿਆਣੇ ਦੀ ਹੈ, ਨਾ ਇਹ ਪੰਜਾਬ ਦੀ ਹੈ, ਇਹ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲਦੀ ਹੈ। ਹਰਿਆਣੇ ਦੇ ਮੈਂਬਰ ਨਹੀਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ। ਗੁਰਦੁਆਰੇ ਹਰਿਆਣੇ ਦੇ ਨਹੀਂ ਹੋ, ਬਲਕਿ ਕਹਿਣਗੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਪੰਜਾਬ ਦਾ ਹੈ। ਅਸੀਂ ਮੰਨ ਲਾਂਗੇ ਇਸ ਗੱਲ ਨੂੰ। ਦਰਬਾਰ ਸਾਹਿਬ ਪੰਜਾਬ ਦਾ, ਤੁਸੀਂ ਮੰਨੋਗੇ? ਫਿਰ ਮਾਝੇ ਵਾਲੇ ਕਹਿਣਗੇ ਤੇ ਸਾਡਾ ਹੀ ਹੈ। ਉਹ ਤੇ ਸਾਰੀ ਦੁਨੀਆ ਦੇ ਲੋਕਾਂ ਦਾ, ਸਾਰੀ ਦੁਨੀਆ 'ਚੋਂ ਸਿੱਖ ਆ ਕੇ ਸਿਰ ਨਿਭਾਉਂਦੇ ਹੈ। ਤੁਸੀਂ ਕਿੱਦਾਂ ਕਹਿ ਸਕਦੇ ਕਿ ਹਰਿਆਣੇ ਦੇ ਗੁਰਦੁਆਰੇ ਇਕੱਲੇ ਹਰਿਆਣੇ ਦੇ ਗੁਰਦੁਆਰੇ ਸਿੱਖਾਂ ਦੇ? ਕੀ ਹਰਿਆਣੇ ਦੇ ਸਿੱਖ ਮੁੜ ਕੇ ਦਰਬਾਰ ਸਾਹਿਬ ਨਹੀਂ ਹੋਣੇ? ਕੀ ਹਰਿਆਣੇ ਦੇ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਹੋਣਾ? ਜਿੱਥੇ ਤੱਕ ਮਰਿਆਦਾ ਦੀ ਗੱਲ ਕਰਦੇ ਹੋ, ਮਰਿਆਦਾ ਕਹਿੰਦੇ ਸਾਰੇ ਹੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਾਂ। ਪਟਨਾ ਸਾਹਿਬ ਦੇਖ ਲਓ, ਪਟਨਾ ਸਾਹਿਬ ਬੋਰਡ ਵੱਖਰਾ ਬਣ ਗਿਆ, ਬੋਰਡ ਦੀ ਮਿਆਦ ਖਤਮ ਹੋ ਗਈ, ਦੁਬਾਰਾ ਚੋਣ ਨਹੀਂ ਹੋਈ। ਉੱਥੇ ਨੋਮੀਨੇਸ਼ਨ ਹੁੰਦੀ ਹੈ, ਜਿਹੜਾ ਪ੍ਰਧਾਨ ਬਣਦਾ ਨੋਮੀਨੇਸ਼ਨ। ਹੁਣ ਨੋਮੀਨੇਸ਼ਨ ਜਿਹੜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਥੇ ਪ੍ਰਧਾਨ ਹੁੰਦਾ ਸੀਗਾ, ਉੱਥੇ ਹਜੂਰ ਸਾਹਿਬ ਵੀ, ਨੰਦੇੜ ਸਾਹਿਬ, ਇੱਥੇ ਵੀ। ਪਰ ਇਹਨਾਂ ਦੋਵਾਂ ਨੂੰ ਖਤਮ ਕਰ ਲਈ, ਉਹਨੇ ਬੋਰਡ ਦੀ ਚੋਣ ਹੀ ਨਹੀਂ ਕਰਾਈ। ਦੋਵਾਂ ਥਾਵਾਂ ਦੇ ਉੱਤੇ ਬੋਰਡ ਦੋਨੋਂ ਹੀ ਖਤਮ, ਚੋਣ ਨਹੀਂ ਹੋ ਰਹੀ। ਦੋਵਾਂ ਤਖਤਾਂ 'ਤੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਹੀਂ। ਤੁਸੀਂ ਇਹ ਦੱਸੋ, ਜੇ ਬਾਹਰ ਹੀ ਜਦੋਂ ਬੋਰਡਾਂ ਦੇ ਹੱਥ 'ਚ ਆ ਗਈ, ਜਦੋਂ ਨੋਮੀਨੇਸ਼ਨ ਦੂਜੀਆਂ ਲੋਕਾਂ ਦੀ ਹੋ ਗਈ, ਦੂਜੀਆਂ ਸਿਆਸੀ ਪਾਰਟੀਆਂ ਦੀ, ਹੁਣ ਉੱਥੇ ਮਰਿਆਦਾ ਤੇ ਰੱਖ ਨਹੀਂ ਹੋਈ, ਕੀ ਹਰਿਆਣੇ ਵਿੱਚ ਮਰਿਆਦਾ ਰਹਿ ਜਾਏਗੀ? ਫਿਰ ਸਾਡੀ ਤਾਂ ਮਰਿਆਦਾ ਦਾ ਕਤਲ ਹੋ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਖਤਮ ਹੋ ਜਾਏਗੀ। ਇੱਥੇ ਕਹਿਣ ਵਾਲੇ ਤਾਂ ਸਾਰੇ ਆ, ਜਿਹੜੇ ਡੇਰਿਆਂ ਵਾਲੇ ਹੈ ਉਹ ਵੀ ਕਹਿੰਦੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਕਦਰ ਕਰਦੇ ਹਾਂ, ਉਹ ਵੀ ਕਹਿੰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਹੈ। ਪਰ ਦੱਸੋ, ਕੋਈ ਦੱਸੋ ਡੇਰਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੋਵੇ? ਕੋਈ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਤਾਂ ਵੈਸੇ ਹੀ ਡੇਰਿਆਂ ਨੂੰ ਪ੍ਰਮਾਣਿਤ ਨਹੀਂ ਕਰਦਾ, ਉਹ ਮਰਿਆਦਾ ਰੱਖਦੇ ਨਹੀਂ ਰੱਖਦੇ, ਉਹ ਗੱਲ ਹੀ ਵੱਖਰੀ ਆ। ਪਰ ਵੱਡੀ ਗੱਲ ਇਹ ਹੈ ਬੀਬੀ ਜੀ, ਤੁਸੀਂ ਕਹਿੰਦੇ ਕਿ ਚੋਣ ਹੁੰਦੀ ਆ ਉੱਥੇ ਹਰਿਆਣੇ 'ਚ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਤਾਏ ਜਾਂਦੇ ਉੱਥੇ ਲੋਕਾਂ ਵੱਲੋਂ, ਤੇ ਜ਼ਮਾਨਤਾਂ ਜ਼ਬਤ ਹੁੰਦੀਆਂ ਬਾਕੀਆਂ ਦੀਆਂ। ਤੇ ਇਹ ਤਾਂ ਕੰਮ ਹੀ ਬੜਾ ਸੌਖਾ ਕਿ ਜੇ ਇਦਾਂ ਦੀ ਚੀਜ਼ ਹੋ ਰਹੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਆਪਣੇ ਮੈਂਬਰ ਖੜੇ ਕਰੇ, ਉਹ ਜਿੱਤਣ, ਤੇ ਪ੍ਰਬੰਧ ਆਪਣੇ ਆਪ ਤੁਹਾਡੇ ਅਧੀਨ ਆ ਜਾਂਦਾ ਉਹ ਸਾਰੀਆਂ ਚੀਜ਼ਾਂ। ਨਹੀਂ, ਇਸ ਤੇ ਹੁਣ ਵੀ ਸਾਡੇ ਅੰਦਰ ਹੀ ਹੈ। ਇਹ ਤੇ ਕਬਜ਼ਾ ਕਰਨ ਹੁੰਦੇ, ਕਿਉਂਕਿ ਇਹ ਸੋਚਦੇ ਵੀ ਪਤਾ ਨਹੀਂ ਕੋਰਟ ਨੇ ਕਹਿ ਦਿੱਤਾ ਤੇ ਅਸੀਂ ਹੁਣ ਦੌੜ ਕੇ ਕਬਜ਼ਾ ਕਰੀਏ। ਕਬਜ਼ਾ ਪਹਿਲਾਂ ਇੱਕ ਆਇਆ, ਉਹਨਾਂ ਨੂੰ ਪਤਾ ਹੀ ਨਹੀਂ, ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਕਿੱਦਾਂ ਲੈਣਾ ਉੱਥੋਂ ਪ੍ਰਬੰਧ, ਇਹ ਵੀ ਨਹੀਂ ਪਤਾ।
ਉਹਨੇ ਮਨ 'ਚ ਵੀ ਖਰੇ ਦਾਦੂਵਾਲ ਨੇ ਸੋਚਿਆ ਵੀ ਮੈਨੂੰ ਵੀ ਲੋਕੀ ਬਾਬਾ ਦਾਦੂਵਾਲ ਕਹਿੰਦਾ ਹੈ ਅਤੇ ਮੈਂ ਜਾ ਕੇ ਜਿੱਦਾਂ ਬਾਬਿਆਂ ਨੂੰ ਡੇਰਾ ਸਾਂਭ ਕੇ ਬਹਿ ਜਾਊਂਗਾ। ਉਹਨੂੰ ਇਹ ਪਤਾ ਹੀ ਨਹੀਂ ਕਿ ਉਹ ਤੋਂ ਚਾਰਜ ਕਿੱਦਾਂ ਲੈਣੇ ਆ, ਕੀ ਕਰਨਾ। ਕੋਈ ਇੱਕ ਆ ਜਾਂਦਾ ਪਹਿਲਾਂ ਜੀ ਸਾਨੂੰ ਚਾਰਜ ਲੈਣਾ ਜੀ, ਉਹ ਕਹਿੰਦੇ ਚਾਰਜ ਲੈਣਾ ਤੇ ਜਾ ਕੇ ਉੱਥੇ ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲਿਓ ਜੀ, ਪ੍ਰਧਾਨ ਸਾਹਿਬ ਮਨਜ਼ੂਰੀ ਆਰਡਰ ਭੇਜਣਗੇ ਤੇ ਅਸੀਂ ਚਾਰਜ ਦੇ ਦਿਆਂਗੇ। ਦੂਜਾ ਝਿੰਡਾ ਆ ਜਾਂਦਾ, ਉਹ ਕਹਿੰਦਾ ਮੈਨੂੰ ਚਾਰਜ ਦਿਓ, ਤੇ ਚਾਰਜ ਕਿਹਨੂੰ ਦਈਏ? ਦੇਖੋ ਇਹਦਾ ਵੀ ਕੋਈ ਸਿਸਟਮ ਹੈ, ਕਿਸੇ ਤਰੀਕੇ ਨਾਲ ਰਹਿਣਾ ਹੁੰਦਾ ਹੈ। ਹੁਣ ਉੱਥੇ ਜਿਹੜੀ ਦੇਖੋ ਉੱਥੇ ਸਭ ਤੋਂ ਵੱਡਾ ਦੁੱਖ ਇਹ ਹੈ, ਜਿਹੜੀ ਚੀਜ਼ ਜਨਰਲ ਹਾਊਸ 'ਚ ਪਾਸ ਹੋਣੀ ਸੀ, ਪਾਰਲੀਮੈਂਟ 'ਚ ਜਾਣੀ ਸੀ, ਪਾਰਲੀਮੈਂਟ ਨੇ ਇਹਨਾਂ ਸਟੇਟਾਂ ਕੋਲੋਂ ਮਨਜ਼ੂਰੀ ਪਾ ਕਮੈਂਟ ਲੈਣੇ ਸੀ, ਆਪਣੇ ਦੇ ਦਿੰਦੇ ਕਮੈਂਟ ਜੇ ਉਹ ਪਾਰਲੀਮੈਂਟ 'ਚੋਂ ਮੰਗਦੇ। ਜਿੱਦਾਂ ਸਹਿਜਧਾਰੀ ਹੁਣੇ ਹੋਇਆ ਸੀ ਨਾ, ਸਹਿਜਧਾਰੀ ਦੀ ਪ੍ਰਵਾਨਗੀ ਕਿੱਥੋਂ ਹੋਈ? ਪਾਰਲੀਮੈਂਟ 'ਚ ਹੋਈ, ਬਾਹਰ ਕਿਉਂ ਨਹੀਂ ਹੋਗੀ? ਸਾਨੂੰ ਕੀ ਲੋੜ ਸੀ ਇੱਥੇ? ਅਸੀਂ ਸ਼੍ਰੋਮਣੀ ਕਮੇਟੀ ਕਰ ਨਹੀਂ ਸਕਦੇ? ਸ਼੍ਰੋਮਣੀ ਕਮੇਟੀ ਦੀ ਜਨਰਲ ਹਾਊਸ 'ਚੋਂ ਪਾਸ ਕੀਤਾ, ਪਾਰਲੀਮੈਂਟ 'ਚ ਜਾ ਕੇ ਹੋਈ ਪਹਿਲਾਂ। ਹੁਣ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੈਲੰਜ ਕੀਤਾ ਹੋਇਆ ਨਾ, ਕੋਰਟ ਨੂੰ ਮੰਨਿਆ ਨਹੀਂ ਉਹਨਾਂ ਨੇ, ਪਾਰਲੀਮੈਂਟ ਨੂੰ ਮੰਨਿਆ ਜਿਹੜਾ ਕਾਨੂੰਨ ਹੈ। ਜੇ ਹੁਣ ਇਹ ਕਹਿਣ ਕਿ ਹਰਿਆਣਾ ਕਮੇਟੀ ਦਾ ਜਦੋਂ ਬਣਿਆ ਭੁਪਿੰਦਰ ਸਿੰਘ ਹੁੱਡਾ, ਉਹਨੇ ਐਕਟ ਬਣਾ ਦਿੱਤਾ, ਉਹਦੀ ਮੋਹਰ ਲਾਤੀ ਜੀ ਕੈਪਟਨ ਅਮਰਿੰਦਰ ਸਿੰਘ। ਬਾਦਲ ਸਾਹਿਬ ਨੇ ਇਹ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਹੀਂ ਇਹਦੇ ਚਾਹੁੰਦੇ। ਫਿਰ ਅੱਗੇ ਆ ਕੇ ਤੇ ਬੀਜੇਪੀ ਵਾਲੇ ਨੇ ਵੀ ਖੱਟਰ ਨੇ ਕਰ ਦਿੱਤੀ। ਉਸ ਤੋਂ ਬਾਅਦ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਕਰੀ ਜਾਂਦੀਆਂ, ਆਮ ਆਦਮੀ ਪਾਰਟੀ ਵਾਲੇ ਨੇ ਕਰਤੀ। ਕਹਿੰਦੇ ਸਾਨੂੰ ਪੁੱਛਦੇ ਨਹੀਂ। ਫਿਰ ਕਹਿੰਦੇ ਜਿਹੜੇ ਬਾਕੀ ਸਿੱਖ ਹੈ, ਭਾਵੇਂ ਉਹ ਬੀਜੇਪੀ 'ਚ ਹੈ, ਭਾਵੇਂ ਉਹ ਕਾਂਗਰਸ ਵਿੱਚ ਹੈ, ਭਾਵੇਂ ਉਹ ਆਪ 'ਚ ਹੈ, ਤੁਸੀਂ ਉਹਨੂੰ ਸਿੱਖ ਕਿਉਂ ਨਹੀਂ ਸਮਝਦੇ? ਜੇ ਸਿੱਖ ਹੋ ਤਾਂ ਬੋਲੋ। ਜੇ ਭਗਵੰਤ ਸਿੰਘ ਮਾਨ ਹੈ, ਇਹ ਪੰਜਾਬ ਦਾ, ਇਹਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਐਡੀ ਵੱਡੀ ਸੰਸਥਾ ਖਤਮ ਹੋਏਗੀ। ਇਹਦੀ ਪਾਵਰ ਜਿਹੜੀ ਸੀ ਦੁਨੀਆ 'ਚ ਧਾਕ ਸੀ, ਹਰ ਬੰਦਾ ਦੁਨੀਆ 'ਚ ਵਸਦਾ ਸਿੱਖ ਜਿਹੜਾ, ਕੋਈ ਪ੍ਰੋਬਲਮ ਆ ਜੇ, ਕਿਤੇ ਕਿਸੇ ਸਟੇਟ ਵਿੱਚ ਹੜ੍ਹ ਆ ਜਾਣ, ਤੂਫਾਨ ਆ ਜਾਣ, ਕਿਤੇ ਕੋਈ ਨੈਚੁਰਲ ਕੈਲਾਮਿਟੀ ਆ ਜੇ, ਸਾਰੇ ਆਵਾਜ਼ ਕਿਹਨੂੰ ਮਾਰਦੇ? ਸ਼੍ਰੋਮਣੀ ਕਮੇਟੀ ਨੂੰ। ਅੱਛਾ, ਇੱਕ ਵੱਡੀ ਗੱਲ ਹੈ ਬੀਬੀ ਜੀ, ਤੁਸੀਂ ਜਿਹੜੀ ਗੱਲ, ਮੈਂ ਫਿਰ ਉੱਥੇ ਹੀ ਸਵਾਲ ਤੇ ਆ ਜਾਣਾ। ਤੁਸੀਂ ਕਿਹਾ ਕਿ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹ ਨਹੀਂ ਚਾਹੁੰਦੇ ਕਿ ਵੱਡੇ ਦਰਿਆ ਦੇ ਵਿੱਚੋਂ, ਸਮੁੰਦਰ 'ਚੋਂ ਕੱਢ ਕੇ ਕੋਈ ਛੋਟੀ ਨਦੀ ਦੇ ਵਿੱਚ ਸਾਨੂੰ ਪਾ ਦੇਵੇ। ਜਿਹੜਾ ਸ਼ਬਦ ਤੁਸੀਂ ਵਰਤਿਆ, ਚਲੋ ਮੈਂ ਉਹ ਸ਼ਬਦ ਨਹੀਂ ਵਰਤਾਂਗਾ, ਪਰ ਇੱਕ ਚੀਜ਼ ਜਿਹੜੀ ਹੈ ਇਹਦੇ ਵਿੱਚ ਬਹੁਤ ਮਹੱਤਵਪੂਰਨ ਜਿਹੜੀ ਹੈਗੀ ਆ, ਉਹ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਲੋਕ ਤੁਹਾਡੇ ਨਾਲ ਆ, ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਵਾਜ਼ ਬੁਲੰਦ ਕਰਦੀ ਆ, ਧਰਨੇ ਲੱਗਦੇ ਆ, ਇਕੱਠੇ ਹੁੰਦੇ ਆ, ਉੱਥੇ ਲੋਕ ਹਰਿਆਣੇ ਦੇ ਵਿੱਚ ਕਾਹਤੋਂ ਨਹੀਂ, ਸਿੱਖ ਸੰਗਤ ਕਾਹਤੋਂ ਨਹੀਂ ਧਰਨੇ ਲਾਉਂਦੀ ਹੈ ਕਿ ਨਹੀਂ ਭਾਈ ਸਾਨੂੰ ਇਹ ਪ੍ਰਵਾਨ ਨਹੀਂ ਆ? ਭਾਵੇਂ ਬਲਜੀਤ ਸਿੰਘ ਦਾਦੂਵਾਲ ਹੋ ਰਹੀਆਂ ਤੇ ਭਾਵੇਂ ਹੁਣੇ ਜਗਦੀਸ਼ ਸਿੰਘ ਝਿੰਡਾ ਹੋ ਰਹੀ, ਸਾਨੂੰ ਇਹ ਪ੍ਰਵਾਨ ਨਹੀਂ, ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਵਾਨ ਆ, ਤੁਸੀਂ ਇਹ ਕੰਮ ਨਾ ਕਰੋ। ਸਾਡੇ ਧਾਰਮਿਕ ਅਦਾਰਿਆਂ 'ਚ ਧਰਨਿਆਂ ਦੀ ਵੈਸੇ ਗੁਰਮਤਿ ਵਿੱਚ ਹੈ ਹੀ ਨਹੀਂ। ਅਸੀਂ ਕਾਨੂੰਨੀ ਲੜਾਈ ਲੜਾਂਗੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਖੁਦ ਧਰਨੇ ਲਾ ਰਹੀ ਹੈ ਇੱਥੇ। ਉਹਦੇ ਧਰਨੇ ਜਿਹੜੇ ਸੀ, ਰੋਸ ਇਹ ਸੀਗਾ ਜਿਹੜੇ ਸਿੱਖਾਂ ਦੇ ਅੰਦਰ ਨਜ਼ਰਬੰਦ ਨਹੀਂ ਕੱਢ ਨਹੀਂ ਰਹੇ। ਉਹਨੇ ਜੇਲਾਂ, ਉਹਨਾਂ ਨੇ ਕਿਹੜੀ ਕੋਈ ਤੋੜ ਭੰਨ ਕੀਤੀ ਕਿਤੇ? ਆਪਣੇ ਰੋਸ ਮਾਰਚ ਕੀਤਾ, ਸਹਿਜ ਵਿੱਚ ਗਏ ਹੈ, ਕਾਨੂੰਨ ਦੀ ਲੜਾਈ ਸੀ, ਇਸ ਕਰਕੇ ਡੀਸੀ ਕੋ ਜਾਣਾ ਪਿਆ, ਇਸ ਕਰਕੇ ਆਵਾਜ਼ ਉਠਾਉਣੀ ਪਈ ਗਵਰਨਰ ਤੱਕ। ਸੋ ਉਹ ਗੱਲਾਂ ਵੱਖਰੀਆਂ ਹੁੰਦੀਆਂ। ਹੁਣ ਗੁਰਦੁਆਰਿਆਂ ਵਾਸਤੇ ਅਸੀਂ ਜੇ ਲੋੜ ਪਏਗੀ ਅਸੀਂ ਸੰਘਰਸ਼ ਕਰਾਂਗੇ, ਜ਼ਮੀਨੀ ਤੌਰ 'ਤੇ ਵੀ ਕਰਾਂਗੇ, ਪਰ ਪਹਿਲਾਂ ਅਸੀਂ ਸੰਗਤ ਨੂੰ ਜਾਗਰੂਕ ਕਰ ਦਈਏ ਜਿਹੜੇ ਨੇ ਭਰਮ ਭੁਲੇਖੇ ਪਾਏ ਆ। ਐਡੀ ਵੱਡੀ ਸੇਵਾ ਖੋਹ ਕੇ ਉਹਨਾਂ ਵਿਚਾਰੇ ਅੱਜ ਮੈਂਬਰ ਸੋਚਦੇ ਵੀ ਅਸੀਂ ਹੈ ਕਿੱਧਰ? ਹੁਣ ਜਿਹੜੇ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਹੈ, ਸਾਰੇ ਸਾਡੇ ਨਾਲ ਹੈ। ਕੱਲ੍ਹ 7 ਮੈਂਬਰ ਮੀਟਿੰਗ 'ਚ ਆਏ ਸੀਗੇ, ਸਾਰੇ ਮੈਂਬਰ ਅੱਜ ਵੀ ਸਾਡੇ ਨਾਲ ਹੈ। ਔਰ ਜਿਹੜੇ ਲੋਕਾਂ ਨੇ ਉਹਨਾਂ ਦੇ ਬਰਾਬਰ ਚੋਣ ਲੜੀ ਸੀ, ਉਹਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀਗੀਆਂ, ਉਹ ਮੈਂਬਰ ਅੱਜ ਵੀ ਸੋਚਦੇ ਆ ਵੀ ਅਸੀਂ ਹੁਣ ਬਣਿਆ ਕੀ ਸਾਡੇ ਨਾਲ, ਅਸੀਂ ਕਿੱਧਰ ਜਾਵਾਂਗੇ? 1925 ਦੇ ਐਕਟ ਵਿੱਚ ਰਵਾਂਗੇ ਕਿ ਅਸੀਂ ਇੱਧਰ ਰਵਾਂਗੇ? ਗੱਲ ਚੋਣਾਂ ਦੀ ਨਹੀਂ ਹੈ, ਗੱਲ ਗੁਰਦੁਆਰਿਆਂ ਦੀ। ਇਹ ਨਹੀਂ ਕਿ ਸਾਡੇ ਕੋਲ ਗੁਰਦੁਆਰੇ ਆ ਅਤੇ ਅਸੀਂ ਸ਼ਾਇਦ ਕਿਤੇ ਚੜਾਵੇ ਵਾਸਤੇ ਗੱਲ ਕਰਦੇ ਹਾਂ, ਇਹਨਾਂ ਨੂੰ ਚੜਾਵੇ ਦੀ ਗੱਲ ਹੋਏਗੀ। ਉੱਥੇ ਦਾ ਚੜਾਵਾ, ਇਹ ਜਿਹੜੇ ਝੂਠ ਬੋਲਦੇ ਨਾ ਜੀ 200 ਕਰੋੜ ਰੁਪਈਆ ਸਾਲ ਦਾ ਲੈ ਜਾਂਦੇ, ਬੜਾ ਅਫਸੋਸ ਹੈ ਮੈਨੂੰ। ਉਸ ਦਾ ਬਜਟ ਇਸ ਸਾਲ ਦਾ 48 ਕਰੋੜ ਹੈ। ਯੂਨੀਵਰਸਿਟੀ ਉੱਥੇ ਬਣੀ ਹੈ, ਮੈਡੀਕਲ ਕਾਲਜ ਬਣਿਆ ਹੋਇਆ, ਹਸਪਤਾਲ ਬਣਿਆ। ਐਤਕੀ ਅਸੀਂ 100 ਸੀਟਾਂ ਮਨਜ਼ੂਰ ਕਰਨ ਲਈ ਭੇਜਿਆ ਹੋਇਆ। ਨਰਸਿੰਗ ਕਾਲਜ ਦੀ 100 ਸੀਟਾਂ ਮਨਜ਼ੂਰ ਕਰਨ ਲਈ ਭੇਜਿਆ, ਜਿੱਥੇ ਕਿ 50 ਬੱਚੇ ਸਿੱਖਾਂ ਦੇ ਪੜ੍ਹਨਗੇ, 50 ਦੂਜੇ ਪੜ੍ਹਨਗੇ। ਸੋ ਉਹ ਬੱਚਿਆਂ ਦਾ ਭਵਿੱਖ ਜਿਹੜਾ ਕਿੱਧਰ ਜਾਏਗਾ? ਹਸਪਤਾਲ ਦਾ ਭਵਿੱਖ ਕਿੱਧਰ ਜਾਏਗਾ ਜਿਹਨੂੰ ਅਸੀਂ 8 ਕਰੋੜ ਰੁਪਈਆ ਸਾਲ ਦਾ ਦਿੰਦੇ ਹਾਂ? ਜਿੰਨੇ ਕਾਲਜ ਹੈ, ਜਿੰਨੇ ਸਕੂਲ ਹੈ, ਅਸੀਂ ਉਹਨਾਂ ਨੂੰ 28 ਕਰੋੜ ਰੁਪਇਆ ਦਿੱਤਾ ਪਿਛਲੇ ਸਾਲ ਜੀ। ਅਤੇ ਜਿਹੜੇ ਇਹਨਾਂ ਨੂੰ ਜਾਂਦਾ ਹੈ ਅਤੇ ਉਹ ਕਿੱਥੋਂ ਜਾਏਗਾ? 48 ਕਰੋੜ ਦੇ ਬਜਟ 'ਚੋਂ ਸਾਡੇ ਕੋਲ ਆ ਜਾਂਦਾ ਜੀ ਕਿੰਨਾ, 15, 10, 25, 10, 35 ਅਤੇ 5, 30 ਅਤੇ 2, 32, 33%। ਬਾਕੀ ਰਹਿੰਦਾ ਉੱਥੇ 67%। ਹੁਣ 67% ਜਿਹੜਾ ਉਹਦੇ ਨਾਲ ਸਾਰਾ ਉਹ ਸਬ ਜਦ ਕਮੇਟੀ ਜਿਹੜੀ ਉਹਨਾਂ ਨੇ ਕੰਮ ਕਰਨਾ, ਉਹ ਸਾਰੇ ਪ੍ਰਬੰਧ ਉੱਥੇ ਕਰਨੇ ਹੁੰਦੇ।
ਉਹ ਆਉਣਾ ਸ਼੍ਰੋਮਣੀ ਕਮੇਟੀ ਦੇ ਜਿਹੜੀ ਨੈਚੁਰਲ ਕੈਲਾਮਿਟੀ ਨੂੰ ਅਸੀਂ ਮਿਲਦੇ ਹਾਂ, ਜਾਂ ਲੋਕਾਂ ਬਿਮਾਰਾਂ ਦੀ ਸੇਵਾ ਕਰਦੇ ਹਾਂ, ਜਾਂ ਕਿਸੇ ਦੀ ਪੜ੍ਹਾਈ ਦੀ ਸੇਵਾ ਕਰਦੇ ਹਾਂ, ਜਾਂ ਕਿਤੇ ਲੰਗਰ ਲਾਉਣੇ ਪੈਂਦੇ, ਜਿੱਦਾਂ ਕਿਸਾਨ ਮੋਰਚਾ ਲੱਗ ਗਿਆ ਅਸੀਂ ਉੱਥੇ ਲੰਗਰ ਲਾਏ, ਕਰੋਨਾ ਆ ਗਿਆ ਅਸੀਂ ਲੋਕਾਂ ਨੂੰ ਸੇਵਾ ਕੀਤੀ, ਫ੍ਰੀ ਸੇਵਾ ਕੀਤੀ, ਸਾਰੇ ਕੌਨਸੈਂਟਰੇਟਰ ਲਾ ਕੇ ਆਕਸੀਜਨ ਦੇ ਕੇ ਜਿੰਨੀ ਵੀ ਸੇਵਾ ਸੀ ਉੱਥੋਂ ਕੀਤੀ ਗਈ। ਬਾਕੀ ਜਿਹੜੀ ਕੋਈ ਹੋਰ ਆਫਤ ਆ ਜੇ ਉਹਨਾਂ ਦੀ ਸੇਵਾ ਕਰਦੇ, ਕੋਈ ਗਰੀਬਾਂ ਦੀ ਪੜ੍ਹਾਈ ਵਾਸਤੇ ਲਾਉਂਦੇ ਆ। ਸੋ ਇਹ ਬੜੀਆਂ ਸੇਵਾਵਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਕਰਦੀ, ਉਹ ਉਹਦੇ 'ਚੋਂ ਕਰਨੀ ਹੁੰਦੀ। ਤੁਸੀਂ ਜ਼ਿਕਰ ਛੇੜਿਆ ਉੱਥੋਂ ਦੇ ਬਜਟ ਦਾ, ਕਿਉਂਕਿ ਚਰਚਾ ਤੁਸੀਂ ਕਿਹਾ 200 ਕਰੋੜ ਦੀ ਗੱਲ ਕਰਦੇ ਆ, ਮੈਨੂੰ ਤਾਂ 400 ਕਰੋੜ ਦੀ ਵੀ ਆਵਾਜ਼ ਸੁਣਾਈ ਦਿੱਤੀ ਸੀ। 6000 ਏਕੜ ਕਹਿੰਦੇ ਉੱਥੇ ਜ਼ਮੀਨ ਵੀ ਹੈਗੀ ਗੁਰਦੁਆਰਾ ਸਾਹਿਬਾਨ ਦੇ ਅਧੀਨ, ਜਿਹੜੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ। 48 ਕਰੋੜ ਦੀ ਤੁਸੀਂ ਗੱਲ ਕੀਤੀ, ਹਕੀਕਤ 48 ਕਰੋੜ ਹੈ। 48 ਕਰੋੜ ਵੀ ਹੈ ਤਾਂ ਬੀਬੀ ਜੀ ਜਗਜੀਤ ਸਿੰਘ ਝੀਂਡਾ ਹੋਰਾਂ ਨੇ ਇਹ ਖੁੱਲ੍ਹ ਕੇ ਗੱਲ ਕਹੀ ਆ। ਉਹ ਕਹਿੰਦੇ ਸਾਡੇ ਕੋਲੋਂ ਹਿੱਸਾ ਤਾਂ ਲੈ ਜਾਂਦੇ ਆ, ਪਰ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿਤੇ ਲੋੜ ਵੇਲੇ ਲੈਣ ਲਈ ਜਾਂਦੇ ਤੇ ਸਾਨੂੰ ਇਹ ਕਿਹਾ ਜਾਂਦਾ, ਲਓ ਜੀ ਮੰਗਣ ਵਾਲੇ ਆ ਗਿਆ ਹਰਿਆਣੇ ਤੋਂ। ਇਹ ਤਾਂ ਐਵੇਂ ਗੱਲਾਂ ਬਣਾਉਣ ਵਾਲੀ ਗੱਲ ਹੈ ਜੀ, ਬੜਾ ਅਫਸੋਸ ਹੈ ਸਾਨੂੰ। ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਲਾਇਬਿਲਟੀ ਹੈ। ਇਹ ਕੋਈ ਮੈਂਬਰਾਂ ਨੇ ਘਰ ਲਿਜਾਣਾ, ਮੈਂਬਰਾਂ ਨੂੰ ਕਿਹੜੇ ਕੋਈ ਅਸੀਂ ਚੜਾਵਾ ਚੁੱਕ ਕੇ ਦੇ ਦੇਣਾ ਉੱਥੋਂ। ਮੈਂਬਰ ਤੇ ਵਿਚਾਰੇ TADA ਨਹੀਂ ਲੈਂਦੇ, ਉਹਨੂੰ ਪੁੱਛ ਲਓ ਵੀ ਤੁਸੀਂ ਕਦੇ TADA ਲਿਆ, ਕੋਈ ਤਨਖਾਹ ਇੱਥੋਂ ਲਈ? ਕਿਸੇ ਮੈਂਬਰ ਨੂੰ ਤਨਖਾਹ ਨਹੀਂ ਮਿਲਦੀ, ਕਿਸੇ ਪ੍ਰਧਾਨ ਨੂੰ ਤਨਖਾਹ ਨਹੀਂ ਮਿਲਦੀ, ਕਦੀ ਇਹਨਾਂ ਨੂੰ TADA ਨਹੀਂ ਮਿਲਦਾ। ਇਹਨਾਂ ਨੇ ਘਰ ਲਿਜਾਣੇ ਪੈਸੇ, ਇਹ ਜਾਂਦੇ ਨੇ ਕਿ ਸਾਡੇ ਕਾਲਜ ਜਿਹੜਾ ਉਹਦੇ ਇਹ 'ਚ ਇੰਨਾ ਘਾਟਾ ਪੈ ਗਿਆ, ਅਸੀਂ ਦਿੰਦੇ ਹਾਂ। ਸਕੂਲ ਵਿੱਚ ਇੰਨਾ ਘਾਟਾ ਪੈ, ਸਾਨੂੰ ਨਹੀਂ ਪਤਾ ਸਟਾਫ ਨੂੰ ਤਨਖਾਹ ਦੇਣੀ, ਸਾਨੂੰ ਨਹੀਂ ਪਤਾ ਕਿਸੇ ਗੁਰਦੁਆਰੇ 'ਚ ਕੋਈ ਪੈਸੇ ਦੀ ਕਮੀ ਆਈ ਹੈ ਅਤੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ, ਜਾਂ ਉੱਥੇ ਕੋਈ ਬਿਲਡਿੰਗ ਉਸਰਦੀ ਉਹਨੂੰ ਬਣਾਉਣੀ ਹੈ। ਇਹ ਤਾਂ ਸਾਡੀ ਡਿਊਟੀ ਹੈ, ਉਹ ਵਿੱਚ ਹੀ ਨੇ, ਮੈਂਬਰ ਵੀ ਵਿੱਚ ਹੀ ਹੈ ਇਸ ਗੱਲ ਦੇ ਉੱਤੇ। ਪਰ ਉਹੀ ਬਜਟ ਬਣਾ ਕੇ ਭੇਜਦੇ ਆ। 41 ਕਰੋੜ 48 ਕਰੋੜ 91 ਲੱਖ ਦਾ ਜੇ ਬਜਟ ਬਣਿਆ, ਉਹ ਤਾਂ ਅਜੇ ਆਉਣਾ ਹੈ। ਉਹਦੇ ਵਿੱਚੋਂ ਪਿਛਲੀ ਵਾਰ 40 ਕਰੋੜ ਆਇਆ ਸੀ ਤਾਂ 28 ਕਰੋੜ ਚਲ ਗਿਆ ਸੀਗਾ ਕਾਲਜਾਂ ਸਕੂਲਾਂ ਨੂੰ। ਹੁਣ ਤੁਸੀਂ ਇਹ ਦੱਸੋ ਬਾਕੀ ਤੇ ਸ਼੍ਰੋਮਣੀ ਕਮੇਟੀ ਕਿੱਥੋਂ ਚੱਲਣੀ ਹੈ? ਧਰਮ ਪ੍ਰਚਾਰ ਕਿੱਥੋਂ ਹੋਣਾ ਹੈ? ਨੈਚੁਰਲ ਕੈਲਾਮਿਟੀ ਨੂੰ ਕਿੱਥੋਂ ਮਿਲਣਾ ਸੀ? ਜਿਹੜਾ ਲੋਕਾਂ ਦੀ ਇੰਨੀ ਵੱਡੀ ਸੇਵਾ ਕਰਨੀ ਹੁੰਦੀ ਉਹ ਕਿੱਥੋਂ ਕਰਨੀ ਹੁੰਦੀ? ਇਹ ਸਾਰੀਆਂ ਚੀਜ਼ਾਂ ਤੇ ਦੇਖਦੇ ਨਹੀਂ, ਇਹਨੂੰ ਪਤਾ ਤੇ ਹੈ ਕੋਈ ਨਹੀਂ ਵਿਚਾਰਿਆਂ ਨੂੰ। ਹੁਣ ਜਿਹੜੇ ਕਹਿੰਦੇ 200 ਕਰੋੜ, ਚਲੋ ਵਾਹਿਗੁਰੂ ਕਰੇ ਇਹਨਾਂ ਕੋਈ ਜਾਏ ਨਾ, ਪ੍ਰਬੰਧ ਨਾ ਜਾਏ। ਜੇ 200 ਕਰੋੜ ਇੱਦਾਂ ਕਰ ਸਾਲ ਦਾ ਪੈਦਾ ਕਰਕੇ ਦੱਸ ਦੇਣ ਉੱਥੇ, ਫਿਰ ਮੰਨ ਜਾਂਗੇ ਅਸੀਂ। ਫਿਰ ਤੁਸੀਂ ਵੱਖਰੀ ਕਮੇਟੀ ਪ੍ਰਵਾਨ ਕਰਨ ਨੂੰ ਤਿਆਰ ਹੋ? ਅਸੀਂ, ਮੈਂ ਕਿਹਾ ਇਹ ਕਰਕੇ ਦੱਸ ਦੇਣ। ਇਹਨਾਂ ਕੋਲ 2 ਮਹੀਨੇ ਜੇ ਪ੍ਰਬੰਧ ਚੱਲ ਜੇ ਨਾ, 2 ਮਹੀਨੇ ਤੇ ਸਾਡਾ ਨਾਮ ਹਟਾ ਦਿਓ। ਉੱਥੇ ਪ੍ਰਬੰਧ ਕਰਨਾ ਹੀ ਬੜਾ ਔਖਾ ਜੀ, ਉਹਨਾਂ ਨੂੰ ਸੰਭਾਲਣਾ ਕਿ ਸੌਖਾ ਪਿਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ। ਇਹਨਾਂ ਲੋਕਾਂ ਨੂੰ ਸਿਰਫ ਦਿਸਦਾ ਕਿ ਗੋਲਕ ਵਿੱਚ ਚੜਾਵਾ ਚੜ੍ਹਦਾ, ਇਹ ਤਾਂ ਸੋਚਦੇ ਕਿ ਕੱਢ ਕੇ ਵੰਡ ਲੈਣਾ ਹੁੰਦਾ। ਮੈਂਬਰ ਵੀ ਜਿਹੜੇ ਲੋਕੀ ਨਹੀਂ ਨਾ ਬਣੇ ਅਜੇ ਤੱਕ, ਜਿਹੜੇ ਕਹਿੰਦੇ ਚੋਣ ਕਰਾਓ ਚੋਣ ਕਰਾਓ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਵੀ ਚੋਣ ਲੜ ਕੇ ਹੀ ਲੋਕੀ ਆਏ। ਅੱਗੇ ਵੀ ਜਿਹੜੇ ਉੱਥੇ ਮੈਂਬਰ ਗਏ ਚੋਣ ਲੜ ਕੇ ਗਏ ਹੈ, ਹੁਣ ਵੀ ਚੋਣ ਹੋਵੇ। ਅਸੀਂ ਕਹਿੰਦੇ ਭਾਰਤ ਸਰਕਾਰ ਨਾਲ ਜਿਹੜੇ ਸਾਲ ਨੂੰ ਕਰਵਾਉਣੀ, 6 ਮਹੀਨੇ ਕਰਵਾਉਣੀ, ਅੱਜ ਕਰਾਏ, ਸਾਨੂੰ ਕੀ ਤਕਲੀਫ ਹੈ? ਜੇ ਸੰਗਤਾਂ ਕਿਸੇ ਮੈਂਬਰ ਨੂੰ ਹੋਰ ਨੂੰ ਚੁਣਦੀਆਂ, ਮੰਨ ਲਓ ਮੇਰੇ ਇਲਾਕੇ 'ਚੋਂ ਹੀ ਕਿਸੇ ਹੋਰ ਨੂੰ ਮੈਂਬਰ ਚੁਣ ਕੇ ਭੇਜਦੇ ਹੈ, ਤਾਂ ਉਹਨੇ ਸੇਵਾ ਹੀ ਕਰਨੀ ਉੱਥੇ। ਉਹਨੇ ਕੀ ਕਰਨਾ ਦੱਸੋ? ਚੰਗਾ ਪ੍ਰਬੰਧ ਕਰ ਲੈਣਗੇ ਸਾਡੇ ਨਾਲੋਂ। ਪਰ ਸੇਵਾ ਦੇ ਵਿੱਚ ਕਬਜ਼ੇ ਵਾਲੀ ਗੱਲ ਕਿੱਥੋਂ ਆ ਗਈ? ਇਹ ਕਬਜ਼ਾ, ਹੁਣ ਕਬਜ਼ੇ ਦੀ ਗੱਲ ਚੱਲਦੀ ਕਿ ਉਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਕਬਜ਼ਾ ਇਹਨਾਂ ਗੁਰਦੁਆਰਿਆਂ ਦੇ ਉੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਹਿੰਦੇ ਜੀ ਹਰਿਆਣੇ ਵਾਲਿਆਂ ਨੇ ਕਬਜ਼ਾ ਕਰ ਲਿਆ। ਸੇਵਾ ਦੇ ਵਿੱਚ ਕਬਜ਼ਾ ਸ਼ਬਦ ਤਾਂ ਵੈਸੇ ਹੀ ਚੰਗਾ ਨਹੀਂ ਲੱਗਦਾ। ਅਸੀਂ ਤਾਂ ਕਬਜ਼ਾ ਕਹੇ ਨਹੀਂ ਕਦੀ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਹਿਲੀ ਵਾਰੀ ਵਰਤਿਆ ਸੀ ਸ਼ਬਦ। ਇਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ। ਜਦੋਂ ਦੀਆਂ ਚੋਣਾਂ ਹੋ ਰਹੀਆਂ, ਸ਼੍ਰੋਮਣੀ ਅਕਾਲੀ ਦਲ 100 ਸਾਲ ਦੀ ਚੋਣਾਂ ਲੜ ਰਹੀ ਹੈ ਜੀ। ਸੰਗਤ ਦਾ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਨਾਲ ਬਣਾਏ ਗੁਰਦੁਆਰੇ, ਉਹਨਾਂ ਨੇ ਸੇਵਾ ਸੰਭਾਲ ਕੀਤੀ ਹੈ, ਉਹਨਾਂ ਨੇ ਇਹਦੇ ਵਾਸਤੇ ਸ਼ਹੀਦੀਆਂ ਪਾਈਆਂ। ਉਹੀ ਇਹ ਗੁਰਦੁਆਰੇ, ਇਹ ਗੁਰਧਾਮ ਉਹਨਾਂ ਦੇ ਹੱਥਾਂ 'ਚ ਹੀ ਮਹਿਫੂਜ਼ ਰਹਿ ਸਕਦੇ, ਕਿਉਂਕਿ ਉਹਨਾਂ ਨੂੰ ਦਰਦ ਹੈ ਜੀ। ਉਹੀ ਵਾਰਡ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ ਦੀ ਵਾਰਡ ਬਾਅਦ 'ਚ ਬਣਾਇਆ ਸੀ ਵੀ ਇਹ ਸਾਡੀ ਟਾਸਕ ਫੋਰਸ ਹੈ। ਉਹ ਵੱਖਰੀ ਗੱਲ ਹੈ ਕਿ ਪ੍ਰਮਾਤਮਾ ਨੇ ਰਾਜ ਭਾਗ ਦੇ ਦਿੱਤੇ। ਕਦੀ ਸੋਚਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜੇ ਵਿਚਾਰੇ ਡਾਂਗਾਂ ਖਾਣ ਵਾਲੇ ਸੀ, ਕੁੱਟ ਖਾਣ ਵਾਲੇ ਸੀ, ਸੰਘਰਸ਼ ਕਰਨ ਵਾਲੇ ਸੀ ਜ਼ੁਲਮ ਦੇ ਖਿਲਾਫ, ਬੇਇਨਸਾਫੀ ਦੇ ਕਾਲ, ਤੇ ਉਹਨਾਂ ਨੂੰ ਕਿਤੇ ਰਾਜਗੱਦੀਆਂ ਮਿਲ ਜਾਣਗੀਆਂ? 5 ਵਾਰੀ ਮੁੱਖ ਮੰਤਰੀ ਇੱਕ ਵਿਅਕਤੀ ਦਾ ਰਹਿ ਜਾਣਾ ਇਹ ਛੋਟੀ ਗੱਲ ਨਹੀਂ। ਉਹਨਾਂ ਨੇ ਕੰਮ ਵੀ ਬੜੇ ਕੀਤੇ ਹੈ। ਜੇ ਕੋਈ ਛੋਟੀਆਂ ਮੋਟੀਆਂ ਕੰਮ ਕਰਦਿਆਂ ਕਿਸੇ ਵੇਲੇ ਕਮੀਆਂ ਵੀ ਰਹਿ ਜਾਂਦੀਆਂ, ਕੋਈ ਕਮਜ਼ੋਰੀਆਂ ਵੀ ਹੋ ਜਾਂਦੀਆਂ, ਗਲਤੀਆਂ ਵੀ ਹੁੰਦੀਆਂ, ਪਰ ਮੈਂ ਹੈਰਾਨ ਹੈ ਕਿ ਅਸੀਂ ਉਹਨਾਂ ਗੱਲਾਂ ਨੂੰ ਵੇਖਦੇ ਪਰ ਜੋ ਕੀਤਾ ਉਹਨਾਂ ਨੂੰ ਕੁਛ ਨਹੀਂ ਦੇਖਦੇ। ਪਰ ਚਲੋ ਲੋਕ ਆਪਣੇ ਥਾਂ ਸੱਚੇ ਹੈ ਸਰਕਾਰ ਦੇ ਵਿੱਚ, ਕਿਉਂਕਿ ਪੰਥ ਦੀ ਸਰਕਾਰ ਸਮਝਦੇ ਹੈ। ਜੇ ਸਾਡੇ ਕੋਲ ਗਲਤੀ ਹੁੰਦੀ ਹੈ ਤਾਂ ਉਹਨਾਂ ਨੂੰ ਦਰਦ ਹੁੰਦਾ, ਮਹਿਸੂਸ ਕਰਦੇ ਆ ਕਿ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਸਾਡੇ ਜੋ ਹੈ ਸਾਡੇ ਤੋਂ ਆਸ ਹੀ ਨਹੀਂ ਕਰਦੇ ਕਿ ਅਸੀਂ ਕੋਈ ਗਲਤੀ ਕਰਾਂਗੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰਬੰਧ ਜਿਹੜਾ ਹੈ ਉੱਥੇ ਪ੍ਰਬੰਧ ਚਲਾਉਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲੋਕੀ ਚੁਣ ਕੇ ਭੇਜਦੇ ਆ, ਸਿੱਖ ਚੁਣ ਕੇ ਭੇਜਦੇ ਆ।
ਹਰ ਸਾਲ ਜੇ ਹਰ ਚੋਣ 'ਚ ਜੇ ਜਿੱਤ ਕੇ ਜਾਂਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਾਂਦੇ। ਕਬਜ਼ਾ ਨਹੀਂ ਕੀਤਾ ਕਿਸੇ ਨੇ। ਕਬਜ਼ਾ ਤੇ ਆ ਕਰਨ ਲੱਗੇ ਹੁਣ ਝਿੰਡਾ ਤੇ ਦਾਦੂਵਾਲ ਕਹਿੰਦੇ ਅਸੀਂ ਕਬਜ਼ਾ ਕਰਨਾ ਹੈ। ਸਾਡਾ ਤਾਂ ਕਬਜ਼ਾ ਹੈ ਹੀ ਨਹੀਂ, ਅਸੀਂ ਤੇ ਚੋਣ ਲੜ ਕੇ ਜਾਂਦੇ ਹਾਂ। ਤੇ ਜੇ ਪ੍ਰਧਾਨ ਵੀ ਬੰਦੇ ਲੱਗੀ ਕਹੀ ਜਾਣਗੇ ਪ੍ਰਧਾਨ ਲਿਫਾਫੇ 'ਚੋਂ ਨਿਕਲਦਾ, ਦੱਸੋ ਉੱਥੇ ਮੈਂਬਰ ਬੈਠੇ ਹੁੰਦੇ ਆ, ਪ੍ਰਧਾਨ ਦਾ ਨਾਂ ਪੇਸ਼ ਕੀਤਾ ਜਾਂਦਾ ਜੀ, ਠੀਕ ਹੈ। ਫਿਰ ਕਿਹਾ ਜਾਂਦਾ ਕੋਈ ਹੋਰ ਵੀ ਨਾਂ ਹੈਗਾ, ਫਿਰ ਜਿਹੜੇ ਸਾਡੇ ਤੋਂ ਨਾਰਾਜ਼ ਹੁੰਦੇ ਆ ਦੂਜੇ ਉਹ ਪੇਸ਼ ਕਰ ਦਿੰਦੇ। ਹੁਣ ਉਹ ਜਿਹੜੇ ਨਾਰਾਜ਼ ਹੋਏ ਉਹ ਵੀ ਸਾਡੇ ਵੱਲੋਂ ਹੀ ਹੈ। ਸਾਡੇ ਚੋਣ ਜੜ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਤੋਂ ਲੜੇ ਆ, ਕੋਈ ਬਾਹਰੋਂ ਨਹੀਂ ਹੈਗਾ। ਨਹੀਂ, ਪਰ ਉਹ ਚੋਣ ਜਿਹੜੀ ਤੁਸੀਂ ਗੱਲ ਕਰਦੇ ਹੋ ਲਿਫਾਫੇ 'ਚੋਂ ਇਸ ਕਰਕੇ ਵੀ ਕਹਿੰਦਾ ਕਿ ਜਦੋਂ ਸਾਰੇ ਮੈਂਬਰ ਇਹ ਕਹਿ ਦਿੰਦੇ ਜੀ ਸਾਰੇ ਹੱਕ ਰਾਖਵੇਂ ਦੇ ਦਿੱਤੇ ਕਿ ਪ੍ਰਧਾਨ ਜੀ ਨੂੰ, ਉਹ ਕਰਨਗੇ ਜੋ ਕੁਝ ਕਰਨਾ ਹੈ, ਤੇ ਫਿਰ ਉਹ ਇਸ ਕਰਕੇ ਵੀ ਕਿਹਾ ਜਾਂਦਾ ਕਿ ਜੇ ਪ੍ਰਧਾਨ ਜੀ ਨੂੰ ਪਹਿਲਾਂ ਹੀ ਰਾਖਵੇਂ ਦੇ ਦਿੱਤੇ ਆ ਹੱਕ, ਤੇ ਫਿਰ ਉਧਰਲੇ ਪਾਸੇ ਹੋਣਾ ਜਿਹੜਾ ਨਾਮ ਆਉਣਾ ਸੁਝਾਉਣ ਦੀ ਤਾਂ ਇੱਕ ਪ੍ਰਕਿਰਿਆ ਆ। ਚਲੋ ਪ੍ਰਧਾਨ ਜੀ ਦਾ ਦੇਖੋ ਵਿਚਾਰ ਲੈਂਦੇ ਨੇ ਸਾਰਿਆਂ ਦੇ, ਸੁਣਦੇ ਵੀ ਹੈ। ਉਹਨਾਂ ਨੇ ਉਹਨੂੰ ਹੀ ਉੱਥੇ ਲਾਣਾ ਹੁੰਦਾ ਜਿਹਨੇ ਕਾਰੋਬਾਰ ਚਲਾ ਸਕਦਾ ਹੋਵੇ। ਹਰ ਕੋਈ ਤਾਂ ਚਲਾ ਨਹੀਂ ਸਕਦਾ ਜੀ, ਹਰ ਕੋਈ ਕਰ ਵੀ ਨਹੀਂ ਸਕਦਾ। ਇਹ ਨਹੀਂ ਮੈਂ ਕਹਿੰਦੀ ਕਿ ਸਾਰੇ ਪਰਫੈਕਟ ਹੀ ਹੈ, ਜਿਹੜੇ ਲੱਗਦੇ ਉਹ ਵੀ ਪਰਫੈਕਟ ਹੋਣਗੇ। ਕੰਮਾਂ 'ਚ ਤਾਂ ਉਹਨਾਂ ਕੋਈ ਬੜੀਆਂ ਕਮੀਆਂ ਰਹਿ ਜਾਂਦੀਆਂ, ਕਈ ਵਾਰੀ ਗਲਤੀਆਂ ਵੀ ਹੁੰਦੀਆਂ, ਇਹ ਨਹੀਂ ਕੋਈ ਗੱਲ, ਕਿਉਂਕਿ ਉਹ ਪਬਲਿਕ ਨਾਲ ਸੰਬੰਧਿਤ ਅਦਾਰੇ ਹੈ, ਸਾਰੀ ਦੁਨੀਆ ਦੀ ਨਜ਼ਰ ਉੱਥੇ ਹੈ। ਹੋਰ ਗੁਰਦੁਆਰੇ 'ਚ ਇੰਨਾ ਕੁਛ ਹੁੰਦਾ ਜੀ, ਉਹ ਕਿਉਂ ਨਹੀਂ ਬੋਲਦੇ ਲੋਕੀ? ਕਿਉਂਕਿ ਸਾਰੀ ਦੁਨੀਆ ਦੀ ਨਜ਼ਰ ਜਿਹੜੀ ਹੈ ਉਹਨਾਂ ਗੁਰਦੁਆਰਿਆਂ ਦਰਬਾਰ ਸਾਹਿਬ ਖਾਸ ਕਰਕੇ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਗੁਰਦੁਆਰੇ ਨੂੰ ਆਪਣੀ ਸਮਝਦੇ ਸਿੱਖ ਸੰਗਤ ਦੇ ਉਹ, ਇਸ ਕਰਕੇ ਉਹਨਾਂ ਨੂੰ ਚੁੱਭਦਾ। ਕੋਈ ਮਾੜੀ ਮੋਟੀ ਵੀ ਗੱਲ ਹੋ ਜੇ ਚੁੱਭਦੀ ਹੈ, ਫਿਰ ਰੌਲਾ ਪੈਂਦਾ। ਕਬਜ਼ਾ ਕੋਈ ਨਹੀਂ ਹੈ, ਪ੍ਰਧਾਨ ਚੁਣਿਆ ਜਾਂਦਾ। ਜੇ ਨਹੀਂ ਜਿਹੜੇ ਚਾਹੁੰਦੇ ਉਹ ਦੂਜੇ ਪਾਸੇ ਵੋਟ ਪਾਉਂਦੇ, ਹੋਰ ਪ੍ਰਧਾਨ ਖੜਾਉਂਦਾ ਜਿਹੜਾ ਕੈਂਡੀਡੇਟ, ਤੇ ਉਹ ਜਦੋਂ ਫਿਰ ਰਹਿ ਜਾਂਦਾ ਤੇ ਅਕਾਲੀ ਦਲ ਦਾ ਚੁਣਿਆ ਜਾਂਦਾ, ਲੋਕੀ ਕਹਿੰਦੇ ਆ ਜੀ ਕਬਜ਼ਾ ਹੋ ਗਿਆ। ਦੱਸੋ। ਅੱਛਾ, ਇੱਕ ਚੀਜ਼ ਤੁਸੀਂ ਜ਼ਿਕਰ ਛੇੜਿਆ ਸਰਕਾਰਾਂ ਦਾ ਵੀ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਭੁਪਿੰਦਰ ਹੁੱਡਾ ਹੈ, ਤੇ ਚਾਹੇ ਮਨੋਹਰ ਲਾਲ ਖੱਟਰ, ਤੇ ਚਾਹੇ ਕੇਂਦਰ ਦੀ ਸਰਕਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੋਂ ਤੱਕ ਵੀ ਕਹਿਤਾ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ ਉਹਦੇ ਵਿੱਚ ਇੱਕ ਜੱਜ ਵੀ RSS ਦੀ ਵਿਚਾਰਧਾਰਾ ਨਾਲ ਜੁੜਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਵੀ ਕਿੰਤੂ ਕੀਤਾ। ਤੁਹਾਨੂੰ ਕੀ ਲੱਗਦਾ ਕਿ ਕਮੇਟੀ ਨੂੰ ਤੋੜਨ ਲਈ ਜਿਹੜੀ ਗੱਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ, ਉਹਨੂੰ ਦੋ ਫਾੜ ਕਰਨ ਦੇ ਲਈ ਦਾਦੂਵਾਲ ਹੁਰੀ ਤੇ ਝਿੰਡਾ ਹੁਰੀ ਕੰਮ ਕਰ ਰਹੇ ਆ ਜਾਂ ਇਹ ਸਰਕਾਰਾਂ ਕੰਮ ਕਰ ਰਹੀਆਂ ਨੇ? ਦੇਖੋ, ਇਸ ਪਾਰਟੀਆਂ ਕਰ ਰਹੀਆਂ, ਏਜੰਸੀਆਂ ਕਰ ਰਹੀਆਂ, ਸਰਕਾਰਾਂ ਕਰ ਰਹੀਆਂ। ਕਿਉਂਕਿ ਝਿੰਡਿਆਂ ਨੂੰ ਤਾਂ ਵਰਤਦੇ ਆ ਉਹ ਵੀ ਲੋਕਾਂ ਨੂੰ ਚਿਹਰੇ ਦਿਖਾਉਣ ਲਈ ਜੀ, ਇਹ ਕਹਿਣ ਲਈ। ਲੋਕਾਂ ਦੇ ਦਿਮਾਗ 'ਚ ਇੱਕ ਗੱਲ ਹੈ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਕਰਦੇ ਹੈ, ਤੇ ਇਹ ਸਾਰੀ ਜਮਾਤ ਤਗੜੀ ਰਹਿੰਦੀ ਹੈ। ਇਹੋ ਹੀ ਹੈ ਨਾ ਜੀ ਮਨ 'ਚ। ਅਸੀਂ ਜਿਹੜੀਆਂ ਆਮ ਤੌਰ ਦੇ ਉੱਤੇ ਧਾਰਨਾ ਹੀ ਬਣੀ ਹੈ ਕਿ ਸਿੱਖ ਕੌਮ ਜਿਹੜੀ ਹੈ ਇਹ BJP ਨਾਲ ਬਹੁਤੀ ਜਾਂਦੀ ਨਹੀਂ ਜੀ, ਇਹ RSS ਨੂੰ ਉਹਦਾ ਇੰਟਰਫੀਰੈਂਸ ਪਸੰਦ ਨਹੀਂ ਕਰਦੀ। ਇਹੀ ਹੈ ਨਾ ਜੀ, ਸਾਰੇ ਸਿੱਖ ਕਦੀ ਵੀ ਨਹੀਂ ਬਰਦਾਸ਼ਤ ਕਰਦੇ ਵੀ ਕੋਈ ਵੀ ਵਿਚਾਰਧਾਰਕ ਤੌਰ ਤੇ ਵੀ ਦੋਨਾਂ ਦੀਆਂ ਵੱਖਰਤਾਵਾਂ ਆ, ਫਰਕ ਹੈ। ਉਹ ਆਪਣਾ ਕਰਨ, ਸਾਨੂੰ ਕੋਈ ਨਹੀਂ ਤਕਲੀਫ, ਕਿਉਂਕਿ ਉਹਨਾਂ ਦੀ RSS ਆਪਣਾ ਕੰਮ ਕਰੇ, ਆਪਣਾ ਸਾਨੂੰ ਕੋਈ ਤਕਲੀਫ ਨਹੀਂ। ਪਰ ਜਦੋਂ ਵਿੱਚ ਕੋਈ ਦਖਲਅੰਦਾਜ਼ੀ ਕਰੇਗਾ ਫਿਰ ਤਕਲੀਫ ਹੁੰਦੀ ਹੈ। ਸੋ ਉਹਨਾਂ ਨੂੰ ਸਿੱਖਾਂ ਨੂੰ ਨਾ ਉਹ ਵਰਤ ਰਹੇ ਵੀ ਇਹਨਾਂ ਨੂੰ ਅਸੀਂ ਖੁਸ਼ ਕਰੀਏ, ਇਹਨਾਂ ਦੀ ਕਮੇਟੀ ਬਣਾ ਦਈਏ, ਕਮ ਸੋ ਕਮ ਜਿੰਨੇ ਕੁ ਬਣਨਗੇ ਉੱਥੇ ਮੈਂਬਰ ਜਿਹੜੇ ਵਿੱਚ ਹੋਣਗੇ ਪ੍ਰਧਾਨ ਵਗੈਰਾ, ਉਹ ਸਾਡੇ ਲਈ ਕੰਮ ਕਰਨਗੇ। ਨਹੀਂ ਤੇ ਉਹਨਾਂ ਨੂੰ ਕੀ ਸਾਡੇ ਨਾਲ ਤਕਲੀਫ ਹੈ ਜੀ? ਤਕਲੀਫ ਤਾਂ ਕੋਈ ਨਹੀਂ। ਹੋਰ ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਆ ਉੱਥੇ ਕਿਹਾ, ਦੇਖੋ ਮੈਂ ਸਮਝਦੀ ਹਾਂ ਕਿ ਕੋਰਟ ਦੇ ਫੈਸਲੇ ਤੇ ਆਪਾਂ ਕਦੀ ਵੀ ਕਿੰਤੂ ਨਹੀਂ ਕਰਦੇ ਜੀ, ਇਹ ਸਾਡਾ ਧਰਮ ਹੀ ਹੁੰਦਾ। ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਨਾ, ਉਹ ਸੁਪਰੀਮ ਕੋਰਟ ਹੋਵੇ ਜਾਂ ਕੋਈ ਕੋਰਟ ਹੋਵੇ, ਹਮੇਸ਼ਾ ਕਹਿੰਦੇ ਨੇ ਵੀ ਕਾਨੂੰਨ ਵਿੱਚ ਸਾਨੂੰ ਵਿਸ਼ਵਾਸ ਹੈ। ਦੁੱਖ ਇਹ ਲੱਗਾ ਕਿ ਭਾਰਤ ਸਰਕਾਰ ਦਾ ਵੀ ਜਿਹੜਾ ਵਕੀਲ ਸੀ ਉਹਨੇ ਵੀ ਕਮੈਂਟਸ ਜਿਹੜੇ ਦਿੱਤੇ ਆ ਵਿੱਚ, ਜਿਹੜਾ ਆਪਣਾ ਦਿੱਤਾ ਕੀ ਕਹਿੰਦੇ ਆ ਆਪਣੇ ਰਿਮਾਰਕਸ ਦਿੱਤੇ ਆ, ਉਹਨੇ ਵੀ ਕਿਹਾ ਕਿ ਨਹੀਂ ਟੁੱਟ ਸਕਦੀ। ਆਪਣੇ ਵੱਲੋਂ ਸਰਕਾਰ ਸੱਚੀ ਹੈ। ਭਾਰਤ ਸਰਕਾਰ ਦਾ ਵਕੀਲ ਤੇ ਵੱਡਾ ਹੀ ਸੀ ਨਾ, ਸਿਆਣਾ ਸੀ, ਸਾਡੇ ਵਕੀਲ ਦੇ ਨਾਲ ਉਹਨੇ ਸਹਿਮਤੀ ਦਿੱਤੀ। ਹੁਣ ਜਦੋਂ ਭਾਰਤ ਸਰਕਾਰ ਦਾ ਵਕੀਲ ਵੀ ਕਹਿ ਰਿਹਾ ਨਹੀਂ ਟੁੱਟ ਸਕਦੀ, ਸਾਡਾ ਵਕੀਲ ਵੀ ਕਹਿ ਰਿਹਾ ਨਹੀਂ ਟੁੱਟ ਸਕਦੀ, ਦੂਜੇ ਵਕੀਲ ਵੀ ਕਾਨੂੰਨੀ ਤੌਰ ਤੇ ਕਹਿੰਦੇ ਕਿ ਨਹੀਂ ਹੋ ਸਕਦੀ, ਕੋਈ ਨਹੀਂ ਸੀ ਮੰਨਦਾ। ਔਰ ਹਰਿਆਣਾ ਕਮੇਟੀ ਜਿਹੜੀ ਮੈਂਬਰ ਵੀ ਬਣੇ ਨੇ, ਉਹ ਕਹਿੰਦੇ ਸਾਨੂੰ ਵੀ ਨਹੀਂ ਸੀ ਪਤਾ ਵੀ ਸਾਡੇ ਹੱਕ 'ਚ ਆ ਜਾਣੀ ਜੀ। ਹੁਣ ਉਹ ਜਿਹੜੇ ਜੱਜ ਸਾਹਿਬ ਦੀ ਬੈਕਗਰਾਊਂਡ ਲਈ ਨਾ ਜੀ ਇਹਨਾਂ ਨੇ ਉਹ ਕਢਾਇਆ, ਉਹ ਕਿਤੇ ਹਾਈ ਕੋਰਟ ਦੇ ਵਿੱਚ ਜਿਹੜਾ ਜੱਜ ਸੀ ਉਹਨਾਂ ਦੇ ਪਿਤਾ ਜੀ, ਉਹ ਸਾਰੀ ਸ਼ਾਖਾ ਲਾਉਂਦੇ ਹੁੰਦੇ ਸੀਗੇ ਉਹ ਜੀ, ਪਿਛੋਕੜ ਹੀ ਉਹਨਾਂ ਨਾਲ ਹੈ। ਸੋ ਇਸ ਕਰਕੇ ਉਹ ਮਹਿਸੂਸ ਕਰਦੇ ਆ ਕਿ ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਖਦਸ਼ਾ ਹੀ ਇਸ ਗੱਲ ਦਾ ਕਿ ਇਹ ਇਸ ਕਰਕੇ ਹੋਇਆ ਕਿ ਸ਼ਾਇਦ ਇਹ ਸਾਨੂੰ ਮਾਰੂ ਹਮਲਾ ਕੀਤਾ।
ਪਰ ਦੇਖ ਲਓ ਕਿੰਨਾ ਲੰਬਾ ਸਮਾਂ ਤੁਸੀਂ ਉਸ ਪਾਰਟੀ ਨਾਲ ਰਹੇ ਆ ਜਿਹਦੀ ਵਿਚਾਰਧਾਰਾ ਦੇ ਵਿੱਚ ਆਰਐਸਐਸ ਹੈ ਜਿਹੜੀ ਉਹ ਜਿੱਦਾਂ ਆਪਾਂ ਕਹਿ ਸਕਦੇ ਕਿ ਮਾਤਰ ਸੰਸਥਾ ਜਿਹੜੀ ਮਾਨ ਸੰਸਥਾ ਜੇ ਅਕਾਲੀ ਦਲ ਦੀ ਕਵਾਂਗੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਵਾਂਗੇ, ਉਹਨਾਂ ਦੀ ਆਰਐਸਐਸ ਹੈਗੀ ਹੈ ਤੇ ਤੁਸੀਂ ਪੋਲੀਟੀਕਲੀ ਉਹਨਾਂ ਦੇ ਨਾਲ 2 ਦਹਾਕੇ ਤੋਂ ਵੱਧ ਸਮਾਂ ਇਕੱਠੇ ਰਹੇ, ਉਦੋਂ ਕੋਈ ਦਖਲਅੰਦਾਜ਼ੀ ਮਹਿਸੂਸ ਨਹੀਂ ਹੋਈ ਤੇ ਅੱਜ ਇੱਕ ਫੈਸਲੇ ਦੇ ਨਾਲ ਤੁਹਾਨੂੰ ਆਰਐਸਐਸ ਪ੍ਰਭਾਵਿਤ ਕਰਨ ਲੱਗ ਪਈ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਹੋਰੀ ਕਹਿ ਦਿੰਦੇ ਆ, ਪ੍ਰਧਾਨ ਸਾਹਿਬ ਇਹ ਕਹਿ ਦਿੰਦੇ ਆ ਕਿ ਇਹ ਤਾਂ 84 ਨਾਲੋਂ ਵੀ ਵੱਡੀ ਘਟਨਾ ਹੈ, ਤੁਸੀਂ ਵੱਖਰੀ ਕਮੇਟੀ ਬਣਨਾ 84 ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਸੀ ਉਹਦੇ ਨਾਲੋਂ ਵੱਡਾ ਕਿਵੇਂ ਕਹਿ ਸਕਦੇ ਹੋ, ਕਿੱਦਾਂ ਤੁਲਨਾ ਕਰ ਸਕਦੇ ਹੋ ਇਸ ਚੀਜ਼ ਦੀ? ਚਲੋ ਉਹਦਾ ਤੇ ਜ਼ੁਲਮ ਜਿਹੜਾ ਉਹ ਤੇ ਦੁੱਖ ਜਿਹੜਾ ਅਸੀਂ ਮੁਕਾਬਲਾ ਨਹੀਂ ਕਿਸੇ ਨਾਲ ਕਰ ਸਕਦੇ। ਜਿਹੜਾ ਉਹ ਸਾਡਾ ਨੁਕਸਾਨ ਹੋਇਆ, ਜੋ ਆਤਮਾਵਾਂ ਦਾ ਕਤਲ ਹੋਇਆ ਸਾਡਾ, ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਹਦੀ ਵੀ ਦਰਦ ਜਿਹੜਾ ਬਹੁਤ ਹੈ, ਇਹ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਅਸੀਂ ਸਹਾਰ ਨਹੀਂ ਸਕਦੇ। ਸੋ ਮੈਂ ਦੇਖੋ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਾਲ ਤੁਸੀਂ ਰਹੇ, ਇੱਕ ਸਰਕਾਰ ਗਵਰਨਮੈਂਟ ਆਫ ਇੰਡੀਆ, ਹਰ ਸਟੇਟ ਨੇ ਗਵਰਨਮੈਂਟ ਆਫ ਇੰਡੀਆ ਨਾਲ ਰਹਿਣਾ ਹੁੰਦਾ ਜੀ। ਜੇ ਅਸੀਂ ਨਹੀਂ ਰਵਾਂਗੇ, ਨਹੀਂ ਅਲਾਈਅੰਸ ਕਰਾਂਗੇ, ਅਸੀਂ ਡਿਵੈਲਪਮੈਂਟ ਕਿੱਦਾਂ ਕਰਦੇ? ਜੇ ਪੰਜਾਬ ਸਰਕਾਰ ਦਾ ਅਲਾਈਅੰਸ ਸੀ ਤੇ ਕਰੋੜਾਂ ਰੁਪਏ ਲੈ ਕੇ ਆਏ, ਵੱਡੇ ਵੱਡੇ ਹਸਪਤਾਲ, ਏਮਸ ਵਰਗੇ, ਰਿਫਾਈਨਰੀ ਵਰਗੇ, ਇੰਡਸਟਰੀਜ਼, ਐਡੇ ਵੱਡੇ ਪੁਲ, ਐਡੀਆਂ ਵੱਡੀਆਂ ਸੜਕਾਂ, ਯੂਨੀਵਰਸਿਟੀਆਂ, ਯਾਦਗਾਰਾਂ, ਜਦੋਂ ਵਿਰਾਸਤੇ ਖਾਲਸਾ ਵਰਗੀਆਂ ਯਾਦਗਾਰਾਂ, ਅਤੇ ਜਿੰਨੀਆਂ ਤੁਸੀਂ ਕਰਤਾਰਪੁਰ ਦੇਖਦੇ ਹੋ, ਜੰਗ ਆਜ਼ਾਦੀ ਵਰਗੇ। ਸੋ ਇੱਥੋਂ ਤੱਕ ਕਿ ਜਿਹੜਾ ਬਾਬਾ ਜੀ ਦਾ, ਡਾਕਟਰ ਅੰਬੇਦਕਰ ਜੀ ਦਾ ਕਹਿ ਲਓ, ਜਾਂ ਦੂਸਰੇ ਸਾਡੇ ਅੰਮ੍ਰਿਤਸਰ ਦੇ ਵਿੱਚ ਬਣੇ ਆ ਭਗਵਾਨ ਵਾਲਮੀਕ ਜੀ ਦਾ ਅਤੇ ਗੁਰੂ ਰਾਮਦਾਸ ਜੀ ਦਾ ਇੱਧਰ ਬਣਿਆ, ਉਹ ਸਾਰੀਆਂ ਜਿਹੜੀਆਂ ਯਾਦਗਾਰਾਂ ਦੇ ਪੈਸੇ ਸੀ ਉੱਥੋਂ ਲਿਆਂਦੇ, ਜਿਹੜੇ ਅਸੀਂ ਏਅਰਪੋਰਟ ਬਣਾਏ ਉਹ ਉੱਥੋਂ ਲਏ। ਜੇ ਸਰਕਾਰ ਦੀ ਅਸੀਂ ਉਹਨਾਂ ਦੇ ਅੰਦਰ ਨਹੀਂ ਸੀਗੇ, ਅਸੀਂ ਸਰਕਾਰ ਦੇ ਵਿੱਚ ਭਾਈਵਾਲ ਸੀ ਕਿ ਅਸੀਂ ਸਰਕਾਰ 'ਚੋਂ ਲੈ ਕੇ ਜਾਣਾ। ਕਿਹੜੀ ਸਰਕਾਰ ਹੈ ਜਿਹੜੀ ਚਾਹੇਗੀ ਨਹੀਂ ਕਿ ਮੈਂ ਉੱਥੋਂ ਲਿਆਵਾਂ ਕੁਛ? ਹੁਣ ਜੇ ਅੱਜ ਇਹ ਨਹੀਂ ਲਿਆ ਸਕਦੇ ਤਾਂ ਇਹਨਾਂ ਦੀ ਕਮਜ਼ੋਰੀ ਹੈ ਨਾ, ਲਿਆਉਣ। ਹਾਂ, ਇਹ ਤਾਂ ਕਰੀ ਜਾਂਦੇ ਹੈ ਕਿ ਅਸੀਂ ਜੀ ਪਾਣੀ ਦੇ ਦੇਵਾਂਗੇ ਹਰਿਆਣੇ ਨੂੰ, ਪਾਣੀ ਹਰਿਆਣੇ ਨੂੰ ਦੇ ਦਾਂਗੇ। ਧਾਮੀ ਸਾਹਿਬ ਦੇ ਉਸ ਬਿਆਨ ਨਾਲ ਤੁਸੀਂ ਮੁਤਫਿਕ ਹੋ? ਤੁਹਾਨੂੰ ਲੱਗਦਾ ਕਿ ਇਹ ਗੱਲ ਕਹਿਣ ਦੀ ਲੋੜ ਹੈਗੀ ਸੀ ਕਿ ਜੋ 84 'ਚ ਹੋਇਆ ਸੀਗਾ ਉਹਦੇ ਨਾਲ ਅਸੀਂ ਤੁਲਨਾ ਕਰੀਏ ਇਹਨਾਂ ਦੋਨਾਂ ਚੀਜ਼ਾਂ ਦੀ? ਚਲੋ ਦੇਖੋ ਜੀ, ਉਹਨਾਂ ਦੇ ਆਪਣੇ ਖਿਆਲਾਤ ਹੈ। ਪ੍ਰਧਾਨ ਜੀ ਨੇ ਕਿਹਾ ਕਿ ਪਤਾ ਉਹਨਾਂ ਨੂੰ ਪੀੜਾ ਲੱਗੀ ਜਦੋਂ ਉਹਨਾਂ ਕਿਹਾ, ਪਰ ਗੱਲ ਇਹ ਹੈਗੀ ਕਿ ਇਹ ਮੈਂ ਸਮਝਦੀ ਹਾਂ ਕਿ ਉਹ ਦਖਲਅੰਦਾਜ਼ੀ ਦਾ ਦੁੱਖ ਲੱਗਾ ਉਹਨਾਂ ਨੂੰ ਕਿ ਐਡਾ ਵੱਡਾ ਸਾਡਾ ਕਾਂਡ ਹੋਇਆ, ਅੱਜ ਸਾਡੇ ਸਿਧਾਂਤਾਂ ਦਾ ਕਾਂਡ ਹੋਇਆ। ਦੇਖੋ ਸਾਡੇ ਸਿਧਾਂਤਾਂ ਦਾ ਕਤਲ ਹੈ, ਸੱਚੀ ਗੱਲ ਹੈ, ਸਾਡੇ ਮਰਿਆਦਾ ਦਾ ਕਤਲ ਹੈ, ਇਹ ਸਾਡਾ ਸਿਧਾਂਤਕ ਤੌਰ ਦੇ ਉੱਤੇ ਸਾਡੇ ਇਤਿਹਾਸ ਦਾ ਕਤਲ ਹੈ। ਸਾਡੇ ਗੁਰਧਾਮ ਜਿਹੜੇ ਆ ਸਾਨੂੰ ਜਾਨ ਤੇ ਪਿਆਰੇ ਆ ਸਾਰੇ। ਇਹ ਨਹੀਂ ਗੱਲ, ਦੇਖੋ ਜੇ ਤੁਸੀਂ ਕਹੋ ਨਾ ਗੁਰਦੁਆਰਿਆਂ ਦੀ ਗੱਲ, ਗੁਰਦੁਆਰੇ ਤੇ ਸ਼੍ਰੋਮਣੀ ਕਮੇਟੀ ਚਾਹਵੇ ਤਾਂ 2 ਮਹੀਨਿਆਂ 'ਚ ਉੱਥੇ 100 ਗੁਰਦੁਆਰਾ ਉਸਾਰ ਲਏ, ਉਸਾਰ ਸਕਦੀ ਹੈ ਨਾ, ਪਰ ਉਹਨਾਂ ਦਾ ਆਪਣਾ ਇਤਿਹਾਸ ਹੈ। ਅਸੀਂ ਤਾਂ ਇਤਿਹਾਸ ਸਾਂਭਣਾ ਹੈ। ਅਸੀਂ ਇਤਿਹਾਸ ਤੋਂ ਦੁਖੀ ਹੁੰਦੇ ਹਾਂ ਵੀ ਸਾਡਾ ਇਤਿਹਾਸ ਨਾ ਕਿਤੇ ਗੁਆਚ ਜਾਵੇ, ਸਾਡੇ ਇਤਿਹਾਸ 'ਤੇ ਕੋਈ ਹਮਲਾ ਨਾ ਹੋ ਜਾਏ, ਸਾਡੇ ਇਤਿਹਾਸ ਨਾਲ ਛੇੜਛਾੜ ਨਾ ਹੋ ਜਾਏ। ਪਰ ਜਦੋਂ ਤੁਸੀਂ ਇਤਿਹਾਸ ਨੂੰ ਸਾਂਭਣ ਦੀ ਗੱਲ ਕਰਦੇ ਆ ਤੇ ਮੇਰੇ ਹੁਣ ਇੱਕਦਮ ਜ਼ੇਨ ਦੇ ਵਿੱਚ ਖਬਰ ਆ ਗਈ, ਪਟਿਆਲੇ ਦੇ ਵਿੱਚ ਸੈਣੀ ਮਾਜਰਾ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਜਿਹੜਾ ਉਹ ਹੈਗਾ ਆ, ਉਹ 9 ਕਿੱਲੇ ਉਹਦੀ ਜ਼ਮੀਨ ਵੇਚਣ ਨੂੰ ਵੀ ਚਰਚਾ ਚੱਲਦੀ ਪਈ। ਉੱਥੇ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਹੋਰੀ ਕਹਿ ਰਿਹਾ ਕਿ ਕਮੇਟੀ ਗਲਤ ਕਰ ਰਹੀ ਹੈ, ਉਸ ਜ਼ਮੀਨ ਨੂੰ ਵੇਚ ਰਹੀ ਹੈ ਔਰ ਵੱਖਰੀ ਹਾਈ ਪਾਵਰ ਕਮੇਟੀ ਬਣਾ ਕੇ ਜਿਹੜਾ ਉਹ ਜ਼ਮੀਨ ਵੇਚਣ ਦੀ ਬੋਲੀ ਲਵਾਉਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ, ਜਦ ਕਿ ਸ਼੍ਰੋਮਣੀ ਕਮੇਟੀ ਜ਼ਮੀਨ ਐਕਸਚੇਂਜ ਕਰਦੀ ਹੈ, ਜੇ ਕਿਸੇ ਨੂੰ ਦੇਣੀ ਹੋਵੇ ਜ਼ਮੀਨ ਦੇ ਬਦਲੇ ਜ਼ਮੀਨ ਲੈਂਦੀ ਆ। ਫਿਰ ਇਹ ਵੀ ਤਾਂ ਵਿਰਾਸਤ ਦੇ ਵਿੱਚ ਹੀ ਇਹ ਚੀਜ਼ਾਂ ਬੜਾ ਸੌਖਾ ਹੁੰਦਾ ਹੈ, ਉਹਨੂੰ ਸਾਬਤ ਕਰਨਾ ਬੜਾ ਔਖਾ ਹੁੰਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਜਗ੍ਹਾ ਜਿਹੜੀ ਹੈ, ਜੇ ਕੋਈ ਹਾਈਵੇ ਨਿਕਲ ਰਿਹਾ ਜੋ ਪਬਲਿਕ ਦੇ ਵੈਲਫੇਅਰ ਵਿੱਚ ਹੈ ਜੀ, ਅਸੀਂ ਉਹਨੂੰ ਫਿਰ ਬਕਾਇਦਾ, ਜਿਸ ਤਰ੍ਹਾਂ ਸਰਕਾਰ ਦੇ ਰੂਲਸ ਹੁੰਦੇ ਆ, ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ। ਜਾਂ ਅਸੀਂ ਜਗ੍ਹਾ ਲਈਏ ਅਤੇ ਜਾਂ ਅਸੀਂ ਉਹਦਾ ਚੰਗਾ ਬਣਦਾ ਮਾਰਕੀਟ ਦੀ ਕੀਮਤ ਲਈਏ, ਉਹਨੂੰ ਅਸੀਂ ਕਿਸੇ ਥਾਂ ਦੇ ਉੱਤੇ ਖੁਰਦ-ਬੁਰਦ ਨਹੀਂ ਕਰਨਾ ਹੁੰਦਾ, ਉਹਦੀ ਜ਼ਮੀਨ ਹੀ ਲੈਣੀ ਹੁੰਦੀ। ਠੀਕ ਹੈ ਜੀ। ਇੱਦਾਂ ਹੁਣ ਜਦੋਂ ਇੱਥੇ ਬਣਿਆ ਸੀ ਆਪਣਾ ਦਰਬਾਰ ਸਾਹਿਬ, 4 ਚੁਫੇਰੇ ਸਰਕਾਰ ਨੇ ਉਦੋਂ ਬਣਾਇਆ, ਗਲਿਆਰਾ ਬਣਾਇਆ। ਹੁਣ ਉਦੋਂ ਫਿਰ ਗਲਿਆਰਾ ਕਿਉਂ ਬਣਾਇਆ? ਇੱਦਾਂ ਹੀ ਬਣਾਇਆ ਨਾ। ਫਿਰ ਉਹਦੇ ਅਜੇ ਤੱਕ ਵੀ 300 ਕਰੋੜ ਰੁਪਏ ਉਹਦਾ ਪਿਆ ਹੋਇਆ ਸਾਡੇ ਕੋਲ ਜੀ। ਉਹਦੀ ਅਸੀਂ ਜਾਇਦਾਦ ਖਰੀਦਾਂਗੇ, ਕੋਈ ਜਗ੍ਹਾ ਖਰੀਦਾਂਗੇ, ਸਰਾਵਾਂ ਲਈ ਖਰੀਦਾਂਗੇ। ਇਹ ਜਾਣ ਕੇ ਗੁੰਮਰਾਹ ਕਰਦੇ ਰਹਿ ਸਕਦੇ। ਇੰਨੀ ਸ਼੍ਰੋਮਣੀ ਕਮੇਟੀ ਤੇ ਜੇ ਕੋਈ ਜਗ੍ਹਾ ਵੀ ਵੇਚਣੀ ਹੋਵੇ ਨਾ ਤਾਂ ਪਹਿਲਾਂ ਟੈਂਡਰ ਉਹ ਜਿਹੜਾ ਦਿੰਦੇ ਇਸ਼ਤਿਹਾਰ ਜੀ ਕਿ ਇਹ ਅਸੀਂ ਜਗ੍ਹਾ ਦੇਣੀ ਹੈ, ਜਿਹੜਾ ਲੈਣਾ ਚਾਹੁੰਦਾ ਉਹ ਆਪਣਾ ਟੈਂਡਰ ਪਾਏ। ਉੱਥੇ ਬਕਾਇਦਾ ਬੋਲੀ ਹੁੰਦੀ ਹੈ।
ਇੰਨੇ ਨਿਆਣੀ ਨਹੀਂ ਸ਼੍ਰੋਮਣੀ ਕਮੇਟੀ ਜਿੰਨੇ ਲੋਕੀ ਸਮਝੀ ਜਾਂਦੇ ਆ ਗੱਲਾਂ ਦੇ ਨਾਲ। ਸੋ ਉਹ ਜਿਹੜੀ ਜਗ੍ਹਾ ਹੈ ਉੱਥੇ ਜੇ ਉਹਦੇ 'ਚ ਆਉਂਦੀ ਹੈ ਉਹ ਅਸੀਂ ਦੇਖਾਂਗੇ। ਅਸੀਂ ਉਹਨੂੰ ਲਿਖ ਕੇ ਦਿੱਤਾ ਹੋਇਆ। ਮੈਂ ਆਪ ਗਈ ਸੀ ਕੈਪਟਨ ਅਮਰਿੰਦਰ ਸਿੰਘ ਕੋ, ਮੈਂ ਆਪ ਆਪਣਾ ਵਫਦ ਲੈ ਕੇ ਗਈ ਸੀ ਕਿ ਕੈਪਟਨ ਸਾਹਿਬ ਅਸੀਂ ਨਹੀਂ ਚਾਹੁੰਦੇ, ਤੁਸੀਂ ਇੱਦਾਂ ਕਰੋ ਕਿ ਸਾਨੂੰ ਥਾਂ ਛੱਡ ਦਿਓ, ਅਸੀਂ ਉਹਦੇ 'ਚ ਕੋਈ ਆਪਣਾ ਹਸਪਤਾਲ ਬਣਾ ਲਈਏ, ਕੋਈ ਸਕੂਲ ਬਣਾ ਲਈਏ, ਕੋਈ ਕਾਲਜ ਬਣਾ ਲਈਏ। ਉਹਨਾਂ ਨੇ ਫਿਰ ਕਿਹਾ ਸੀ ਵੀ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ, ਇਹਨੂੰ ਪ੍ਰੋਟੈਕਟ ਕਰਾਂਗੇ। ਬਸ ਇੱਥੇ ਤੱਕ ਗੱਲ ਸੀ ਉਦੋਂ। ਉਹ ਗੱਲ ਰੌਲਾ ਪਾ ਦੇਣਾ ਪਹਿਲਾਂ ਇੱਕਦਮ। ਜੇ ਹੁਣ ਕੋਈ ਚੀਜ਼ ਸਰਕਾਰ ਅਕਵਾਇਰ ਕਰ ਰਹੀ ਹੈ, ਉਸ ਅਕਵਾਇਰ ਕਰਨ ਦੇ ਵਿੱਚ ਕੋਈ ਜਗ੍ਹਾ ਆ ਜਾਂਦੀ ਹੈ, ਅਸੀਂ ਕੋਈ ਨਾ ਕੋਈ ਤਾਂ ਹੱਲ ਕੱਢਦੇ ਹੀ ਆ ਨਾ, ਵੀ ਜਾਂ ਸਾਡੀ ਇਹ ਪ੍ਰੋਟੈਕਟ ਕਰ ਦਿੱਤੀ ਜਾਵੇ ਅਤੇ ਜਾਂ ਇਹਨੂੰ ਫਿਰ ਅਸੀਂ ਸਾਨੂੰ ਬਾਹਰ ਦੇ ਦਿੱਤੀ ਜਾਵੇ ਜਗ੍ਹਾ। ਪਰ ਉਹ ਅਜੇ ਤੱਕ ਫਾਈਨਲ ਨਹੀਂ ਹੋਈ। ਕੁੱਲ ਮਿਲਾ ਕੇ ਹੁਣ ਗੱਲ ਇੱਥੇ ਵੀ ਜਾ ਕੇ ਬੀਬੀ ਜੀ ਮੁੱਕਦੀ ਹੈ ਕਿ 30 ਤਰੀਕ ਨੂੰ ਇਜਲਾਸ ਸੱਦ ਲਿਆ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਰੀ ਫੈਸਲਾ ਉੱਥੇ ਲੈ ਲੈਣਾ ਆ, ਅਤੇ ਆਖਰੀ ਫੈਸਲੇ ਤੋਂ ਪਹਿਲਾਂ ਜਿਹੜੇ ਸ਼ਬਦ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਮੈਂ ਕਮੇਟੀ ਦੇ ਸ਼ਬਦ ਕਵਾਂਗਾ, ਜਦੋਂ ਪ੍ਰਧਾਨ ਜੀ ਬੋਲਦੇ ਨੇ ਤੇ ਉਹ ਕਮੇਟੀ ਦੇ ਸ਼ਬਦ ਹੋਣਗੇ। ਉਹ ਕਹਿੰਦੇ ਆ ਜਿਹੜਾ ਵੀ ਰਸਤਾ ਅਖਤਿਆਰ ਕਰਨਾ ਪਿਆ, ਕੁਰਬਾਨੀਆਂ ਵਾਲਾ ਰਾਹ ਵੀ ਅਖਤਿਆਰ ਕਰਨਾ ਪਿਆ, ਤੇ ਅਸੀਂ ਉਸ ਰਾਹ ਵੀ ਤੁਰਾਂਗੇ ਤੇ ਕਾਨੂੰਨੀ ਲੜਾਈ ਵੀ ਲੜਾਂਗੇ, ਦੋਨੋਂ ਚੀਜ਼ਾਂ। ਹੁਣ ਜੇ ਕੁਰਬਾਨੀਆਂ ਵਾਲਾ ਰਾਹ ਅਖਤਿਆਰ ਕਰਦੇ ਹਾਂ, ਕਾਨੂੰਨੀ ਲੜਾਈ ਵੀ ਲੜਦੇ ਹਾਂ, ਗੁਰਦੁਆਰਾ ਸਾਹਿਬਾਨ ਦੇ ਉੱਤੋਂ ਜੇ ਆਪਾਂ ਗੱਲ ਕਰ ਲਈ ਉਹਨਾਂ ਦੀ ਸਾਂਭ ਸੰਭਾਲ ਲਈ, ਉਧਰੋਂ ਉੱਥੇ ਦੀ ਕਮੇਟੀ ਕਹਿੰਦੀ ਹੈ ਕਿ ਸਾਨੂੰ ਦੇ ਦਿਓ, ਇੱਧਰੋਂ ਧਾਮੀ ਸਾਹਿਬ ਕਹਿੰਦੇ ਕਿ ਜੇ ਤੁਸੀਂ ਆਓਗੇ ਤਾਂ ਫਿਰ ਉਹਦੇ ਨਾਲ ਹਾਲਾਤ ਵਿਗੜ ਵੀ ਸਕਦੇ ਆ। ਲੱਗਦਾ ਨਹੀਂ ਹੈ ਕਿ ਉਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਅਸੀਂ ਪੰਥ ਨੂੰ ਦੋ ਫਾੜ ਕਰਨ ਦੀ ਗੱਲ ਕਰਦੇ ਹਾਂ, ਇਹ ਤਾਂ ਫਿਰ ਆਪਣਿਆਂ ਨਾਲ ਆਪਣੀ ਭਰਾ ਮਾਰੂ ਜੰਗ ਸ਼ੁਰੂ ਹੋ ਜਾਏਗੀ। ਇਸ ਤਰੀਕੇ ਨਾਲ ਕੁਰਬਾਨੀਆਂ ਦੇਣੀਆਂ ਕਿਹਦੇ ਅੱਗੇ, ਸਰਕਾਰਾਂ ਦੇ ਅੱਗੇ ਦੇਣੀਆਂ ਨੇ ਜਾਂ ਹਰਿਆਣੇ ਦੀ ਕਮੇਟੀ ਦੇ ਅੱਗੇ ਦੇਣੀਆਂ? ਜਦੋਂ ਅੰਗਰੇਜ਼ਾਂ ਕੋਲੋਂ ਇਨਸਾਫ ਲਿਆ ਸੀ ਉਦੋਂ ਕਿਸੇ ਕਾਨੂੰਨ ਨਾਲ ਲਿਆਈ, ਕਿਸੇ ਕੋਰਟ ਨੇ ਦਿੱਤਾ, ਸਿੰਘਾਂ ਨੇ ਕੁਰਬਾਨੀਆਂ ਕਰਕੇ ਲਿਆ ਸੀ ਨਾ ਜੀ। ਜਦੋਂ ਕੋਈ ਧੱਕਾ ਹੋਵੇ, ਜ਼ੁਲਮ ਹੋਵੇ, ਤੇ ਫਿਰ ਸਾਰੀ ਕੌਮ ਜਿਹੜੀ ਜਾਗਦੀ ਹੈ ਉਹ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਅਸੀਂ ਕਿਉਂ ਖੂਨ ਖਰਾਬਾ ਕਰਾਂਗੇ ਜੀ ਉੱਥੇ? ਅਸੀਂ ਤੇ ਸਰਕਾਰਾਂ ਕੋਲੋਂ ਇਨਸਾਫ ਮੰਗਦੇ ਹਾਂ ਵੀ ਸਾਡੇ ਨਾਲ ਨਾ ਧੱਕਾ ਕਰੋ। ਧੱਕਾ ਤੇ ਉਹ ਕਰ ਰਹੇ, ਅਸੀਂ ਥੋੜ੍ਹਾ ਧੱਕਾ ਕਰ ਰਹੇ ਉਹਨਾਂ ਨਾਲ। ਜੇ ਉਹ ਕਬਜ਼ਾ ਕਰਨ ਆਉਣਗੇ ਤਾਂ ਉਹਨਾਂ ਦੀ ਗਲਤੀ ਹੈ ਕਿ ਜਦ ਤੱਕ ਉੱਥੋਂ ਪੂਰੀ ਕਾਰਵਾਈ ਨਹੀਂ ਹੁੰਦੀ ਪੂਰੀ, ਉਹ ਕਿੱਦਾਂ ਆ ਸਕਦੇ ਉੱਥੇ? ਉਹਨੂੰ ਵੜਨਾ ਨਹੀਂ ਚਾਹੀਦਾ ਉੱਥੇ ਚਿਰ। ਅਜੇ ਤੱਕ ਤਾਂ ਨੋਟੀਫਿਕੇਸ਼ਨ ਵੀ ਨਹੀਂ ਹੋਈ, ਅਜੇ ਤਾਂ ਕੋਈ ਪ੍ਰੋਸੀਜਰ ਹੀ ਨਹੀਂ ਕੰਪਲੀਟ ਹੋਇਆ। ਉਹ ਕਿਉਂ ਲੈ ਸਕਦੇ? ਉਹ ਤਾਂ ਆਪਸ 'ਚ ਹੀ ਲੜੀ ਜਾਂਦੇ। ਤੁਸੀਂ ਇਹ ਦੱਸੋ ਜਿਹੜੇ ਪਹਿਲਾਂ ਹੀ ਲੜੀ ਜਾਂਦੇ ਹੈ ਤੇ ਉਹ ਗੁਰਦੁਆਰੇ ਸਾਹਿਬ ਕਿੱਦਾਂ ਸੰਭਾਲ ਲੈਣਗੇ? ਸਾਨੂੰ ਤਾਂ ਇਹ ਚਿੰਤਾ ਜੀ ਵੀ ਸਾਡਾ ਇਤਿਹਾਸ ਤੇ ਵਾਰ ਹੋ ਰਿਹਾ ਹੈ। ਦੇਖੋ ਤੁਸੀਂ ਇਹ ਕਹਿੰਦੇ ਹੋ ਨਾ ਜਿਹੜੀ RSS ਦੀ ਗੱਲ, ਤਕਲੀਫ ਇਸ ਕਰਕੇ ਹੈ ਕਿ ਇਹ ਨਹੀਂ ਸੀ ਕੋਈ ਕਰ ਸਕਦਾ। ਜਦੋਂ ਕਾਨੂੰਨ ਦੇ ਉਲੰਘਣਾ ਹੋਈ ਹੈ ਤਾਂ ਵਾਰ ਸਮਝਦੇ ਅਸੀਂ ਨਹੀਂ ਕਹਿੰਦੇ। ਦੇਖੋ ਸਰਕਾਰ ਨੇ ਆਪ ਤੇ ਸਰਕਾਰ ਪਾਸੇ ਹੈ ਕਿ ਵਕੀਲ ਨੇ ਲੜਾਈ ਲੜੀ ਹੈ, ਵਕੀਲ ਸਾਡੇ ਹੱਕ 'ਚ ਬੋਲਿਆ, ਤੇ ਫਿਰ ਉਹ ਉੱਥੇ ਕਿਹੜੀ ਚੀਜ਼ ਸੀ ਜਿਹਦੇ ਨਾਲ ਉਹਨੇ ਫੈਸਲਾ ਕੀਤਾ? ਉੱਥੇ ਕਿਹੜਾ ਕਾਨੂੰਨ ਲਾਗੂ ਹੋਇਆ? ਕੋਈ ਨਾ ਕੋਈ ਤਾਂ ਮਨਸਾ ਜਿਹੜੀ ਹੈ ਉਹ ਨੈਗੇਟਿਵ ਦਿਸਦੀ ਹੈ ਨਾ। ਸੋ ਇਸ ਕਰਕੇ ਜਿਹੜੀ ਧਾਮੀ ਸਾਹਿਬ ਪ੍ਰਧਾਨ ਜੀ ਨੇ ਸ਼੍ਰੋਮਣੀ ਕਮੇਟੀ ਦੇ, ਅਕਸਰ ਉਹਦਾ ਸਾਰੀ ਸ਼੍ਰੋਮਣੀ ਕਮੇਟੀ ਦੀ ਆਵਾਜ਼ ਉਹਨਾਂ ਨੇ ਦੱਸਣੀ ਹੈ ਕਿ ਜੇ ਅਸੀਂ ਕਾਨੂੰਨੀ ਲੜਾਈ ਲੜਾਂਗੇ, ਜੇ ਕਾਨੂੰਨੀ ਲੜਾਈ ਵੀ ਜੇ ਸਾਨੂੰ ਜ਼ਮੀਨੀ ਵੀ ਲੜਨੀ ਪਈ, ਲੜਾਈ ਇਹ ਨਹੀਂ ਕਿ ਅਸੀਂ ਹੱਥੋਂ ਪਾਈ ਹੋਣਾ ਕਿਸੇ ਦੇ, ਅਸੀਂ ਕਿਸੇ ਨਾਲ ਕਿਰਪਾਨਾਂ ਚਲਾਉਣੀਆਂ, ਅਸੀਂ ਕਿਸੇ ਡਾਂਗਾਂ ਪਾਉਣੀਆਂ, ਬਿਲਕੁਲ ਨਹੀਂ। ਅਸੀਂ ਉੱਥੇ ਸੰਘਰਸ਼ ਕਰਾਂਗੇ, ਭਾਵ ਕੌਮ ਦੇ ਕੰਨ ਖੋਲਾਂਗੇ, ਸਿੱਖ ਕੌਮ ਨੂੰ ਜਗਾਵਾਂਗੇ। ਜਦੋਂ ਸਿੱਖ ਕੌਮ ਨੇ ਡਾਂਗਾਂ ਵੀ ਖਾਧੀਆਂ, ਲਹੂ ਲੁਹਾਨ ਵੀ ਹੋਏ, ਸਤਨਾਮ ਦਾ ਜਾਪ ਕਰਦੇ, ਗੁਰੂ ਕੇ ਬਾਗ ਦਾ ਇਤਿਹਾਸ ਵੇਖ ਲਓ, ਨਨਕਾਣਾ ਸਾਹਿਬ ਦਾ ਇਤਿਹਾਸ ਵੇਖ ਲਓ, ਉਦੋਂ ਨਹੀਂ ਉਹ ਕਿਸੇ ਦੇ ਹੱਥੀਂ ਪਏ, ਉਦੋਂ ਵੀ ਉਹਨੇ ਆਪਣੇ ਨੂੰ ਸ਼ਹੀਦ ਕਰਾ ਲਿਆ, ਲੇਕਿਨ ਗੁਰਦੁਆਰੇ ਆਜ਼ਾਦ ਕਰਾਏ। ਇਸ ਕਰਕੇ ਇਹ ਸਿੱਖਾਂ ਦਾ ਇਤਿਹਾਸ ਹੈ। ਉਦੋਂ ਕਿਹੜਾ ਅੰਗਰੇਜ਼ਾਂ ਨੇ ਸਾਨੂੰ ਥਾਲੀ 'ਚ ਪਾ ਕੇ ਉੱਦਾਂ ਦੇ ਦਿੱਤਾ? ਉਦੋਂ ਕਿਹੜਾ ਸੁਪਰੀਮ ਕੋਰਟ 'ਚ ਸਭ ਫੈਸਲਾ ਹੋਇਆ ਸੀ ਜਾਂ ਕੋਈ ਕੋਰਟ 'ਚ ਹੋਇਆ ਸੀ? ਉਦੋਂ ਵੀ ਤਾਂ ਇਨਸਾਫ ਮੰਗਾ ਸੀ ਤੇ ਚਾਬੀਆਂ ਆਪ ਦੇਣ ਆਏ ਸੀ ਵਾਇਸਰਾਏ। ਜਦੋਂ ਉਹਨੇ ਕਿਹਾ ਸੀ ਨਾ ਪੰਜ ਸਿੰਘ ਆ ਕੇ ਚਾਬੀਆਂ ਲੈ ਲਓ, ਉਹਨਾਂ ਕਿਹਾ ਸੀ ਨਾ, DC ਨੇ ਸੁਨੇਹਾ ਭੇਜਿਆ ਵੀ ਆ ਕੇ ਚਾਬੀਆਂ ਲੈ ਲਓ, ਉਹ ਕਹਿੰਦੇ ਇੱਥੇ ਦੇਣ ਆਓ। ਤੇ ਜੇ ਆਪ ਉਸ ਵੇਲੇ DC ਵਾਇਸਰਾਏ ਦੇ ਕਹਿਣ ਉੱਤੇ ਉਹ ਚਾਬੀਆਂ ਉੱਥੇ ਦੇਣ ਆਇਆ ਸੀ, ਤੇ ਦੇਖਿਓ ਜੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਦੇ ਵਿੱਚ ਇਹ ਰਹਿਣਗੇ ਉਹਨਾਂ ਦੇ। ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋ ਸਕਦਾ, ਭਾਵੇਂ ਉਹ ਵਿਦੇਸ਼ 'ਚ ਬੈਠਾ ਆ, ਭਾਵੇਂ ਪੰਜਾਬ 'ਚ ਬੈਠਾ ਆ, ਚਾਹੇ ਮੁਲਕ ਦੇ ਕਿਸੇ ਹਿੱਸੇ 'ਚ ਬੈਠਾ ਆ। ਲੱਗਦਾ ਨਹੀਂ ਹੈ ਕਿ ਇੱਥੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਿਤੇ ਕਹਿ ਦੇਣ ਦਾਦੂਵਾਲ ਹੋਰਾਂ ਨੂੰ ਜਾਂ ਜਗਦੀਸ਼ ਸਿੰਘ ਝੀਂਡਾ ਹੋਰਾਂ ਨੂੰ ਤਲਬ ਕਰਦੇ ਆ, ਬੁਲਾਉਂਦੇ ਆ, ਤੇ ਇੱਥੇ ਆਣ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਆਪਾਂ ਇਸ ਤਰੀਕੇ ਨਾਲ ਫੈਸਲਾ ਲੈ ਸਕਦੇ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਆ, ਲੱਗਦਾ ਕਿ ਉਹਦੇ ਤੋਂ ਮੁਨਕਰ ਹੋ ਜਾਣਗੇ, ਆਹ ਰਾਹ ਅਖਤਿਆਰ ਨਹੀਂ ਕੀਤਾ ਜਾ ਸਕਦਾ। ਇਹ ਤਾਂ ਉਹਨਾਂ ਦੇ ਸਿੱਖਾਂ ਦੀ ਮਰਜ਼ੀ ਹੈ ਜੀ। ਦੇਖੋ ਅਸੀਂ ਜੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇ ਆਵਾਜ਼ ਬੁਲੰਦ ਕਰਦਾ, ਫਿਰ ਉਹਨਾਂ ਨੇ ਕਹਿਣਾ ਸੀ ਵੀ ਇਹਨਾਂ ਨੇ ਤਾਂ ਕੁਛ ਕੀਤਾ ਨਹੀਂ, ਤੇ ਉਹਨਾਂ ਨੂੰ ਪਹਿਲਾਂ ਸ਼ੁਰੂ ਕਰਤਾ। ਇਹ ਸਕੀਮ ਦੇ ਤਹਿਤ ਚੱਲ ਰਹੀਆਂ ਚੀਜ਼ਾਂ?
ਉਹ ਤਾਂ ਕਿਤੇ ਇੱਥੇ ਹਾਜ਼ਰ ਨਹੀਂ ਹੈਗੇ, ਬੋਲੇ ਵੀ ਆ ਉਹ ਵੀ ਬੋਲੇ ਆ, ਇਹ ਨਹੀਂ ਕੋਈ ਗੱਲ ਹੈਗੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ। ਸਾਡੇ ਗੁਰਦੁਆਰੇ ਸਾਡੇ ਕੋਲ ਖੋਏ ਜਾ ਰਹੇ ਹੈ, ਸਾਡੇ ਕੋਲੋਂ ਸੇਵਾ ਸੰਭਾਲ ਖੋਈ ਜਾ ਰਹੀ ਹੈ। ਸੇਵਾ ਸੰਭਾਲ ਇਹ ਨਹੀਂ ਕਿ ਮੇਰੀ ਇਕੱਲੀ ਦੀ ਸੇਵਾ ਸੰਭਾਲ ਹੈ, ਸਾਰੀ ਸਿੱਖ ਕੌਮ ਦੀ ਸੇਵਾ ਸੰਭਾਲ ਹੈ, ਕਿਉਂਕਿ ਮੈਂਬਰ ਜਿਹੜੇ ਆ ਸਿੱਖ ਕੌਮ ਨੇ ਚੁਣ ਕੇ ਭੇਜੇ। ਅਸੀਂ ਨੁਮਾਇੰਦਗੀ ਲੱਖਾਂ ਸਿੱਖਾਂ ਦੀ ਕਰਦੇ ਹਾਂ, ਅਸੀਂ ਪੂਰੇ ਹਿੰਦੁਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ। ਇਹ ਕੋਈ ਮਤ ਸੋਚੇ ਕਿ ਅਸੀਂ ਇਕੱਲੇ ਮੈਂ ਬੀਬੀ ਜਗੀਰ ਕੌਰ ਇਕੱਲੀ ਭਲੱਥਾ ਦੇ ਹਲਕੇ ਦੀ ਨੁਮਾਇੰਦਗੀ ਕਰਦੀ ਹਾਂ। ਮੈਂ ਪੂਰੀ ਸ਼੍ਰੋਮਣੀ ਕਮੇਟੀ ਦੇ ਵਿੱਚ ਜੇ ਮੈਂ ਗਈ ਹਾਂ ਤਾਂ ਮੈਨੂੰ ਸਿੱਖਾਂ ਨੇ ਚੁਣ ਕੇ ਭੇਜੀ। ਸੋ ਸਾਰੇ ਜਿਹੜੇ ਮੈਂਬਰ ਹੈ ਉਹ ਆਪਣੇ ਆਪਣੇ ਇਲਾਕੇ 'ਚੋਂ ਚੁਣ ਕੇ ਆਉਂਦੇ ਆ, ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ, ਇਹੀ ਬੋਲਣਗੇ। ਹੁਣ ਵਿਧਾਨ ਸਭਾ ਦੇ ਵਿੱਚ MLA ਬੋਲਦੇ, ਮੰਤਰੀ ਬੋਲਦੇ, ਹੋਰ ਤਾਂ ਨਹੀਂ ਕੋਈ ਜਾ ਕੇ ਉੱਥੇ ਬੋਲਦਾ। ਸੋ ਸਾਡੀ ਡਿਊਟੀ ਬਣਦੀ ਹੈ, ਅਸੀਂ ਸੰਭਾਲਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਆਵਾਜ਼ ਦੇਣਗੇ ਤੇ ਮੈਂ ਕਹਿੰਦੀ ਸਿੱਖਾਂ ਨੂੰ ਮੰਨਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਇਹ ਬੰਨਣ ਦੀ ਬਜਾਏ ਦੂਜੇ ਪਾਸੇ ਚੱਲ ਪੈਂਦੇ ਇਹਦੇ ਬਾਦਲਾਂ ਦੇ ਜਥੇਦਾਰ। ਮੈਂ ਹੈਰਾਨੀ ਦੀ ਗੱਲ ਇਹ ਕਿ ਜਦੋਂ ਨਹੀਂ ਮੰਨਣੀ ਉਦੋਂ ਬਾਦਲਾਂ ਦੇ ਜਥੇਦਾਰ, ਤੇ ਜਦੋਂ ਕੋਈ ਮੰਨਣਾ ਹੋਵੇ ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ। ਇਹ ਗੱਲ ਗਲਤ ਹੈ, ਇਹਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ। ਕਿਸੇ ਨੂੰ ਸਿਆਸੀ ਲੜਾਈ ਲੜਨੀ ਹੈ, ਸ਼੍ਰੋਮਣੀ ਅਕਾਲੀ ਦਲ ਨਾਲ ਲੜੋ। ਕੋਈ ਤੁਹਾਡੇ ਵੱਲੋਂ ਅਪੀਲ ਹੈ ਜਗਦੀਸ਼ ਸਿੰਘ ਝਿੰਡਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੂੰ? ਦੇਖੋ ਜੀ, ਮੈਂ ਤਾਂ ਸਾਰਿਆਂ ਦਾ ਸਤਿਕਾਰ ਕਰਦੀ, ਦਾਦੂਵਾਲ ਸਾਹਿਬ ਦਾ ਵੀ ਸਤਿਕਾਰ ਕਰਦੀ ਹਾਂ, ਝਿੰਡਾ ਸਾਹਿਬ ਦੀ। ਮੈਂ ਤੁਹਾਨੂੰ ਬੇਨਤੀ ਕਰਾਂਗੀ ਕਿ ਵੀਰੋ, ਸਾਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੇਵਾ 'ਚ ਆਓ, ਸਾਨੂੰ ਇਤਰਾਜ਼ ਹੈ ਕਿ ਤੁਸੀਂ ਗਲਤ ਤਰੀਕੇ ਨਾਲ ਆ ਰਹੇ ਹੋ। ਚੋਣਾਂ ਆਉਣੀਆਂ ਨੇ, ਚੋਣਾਂ ਲੜਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ, ਤੁਸੀਂ ਬਤੌਰ ਮੈਂਬਰ ਲੜੋ, ਵਿੱਚ ਆਓ। ਤੁਸੀਂ ਉੱਥੇ ਆ ਕੇ ਆਪਣੀ ਭਾਈਵਾਲੀ ਪਾਓ, ਸਾਰਾ ਪ੍ਰਬੰਧ ਵੇਖੋ ਜਿੱਦਾਂ ਬਾਕੀ ਮੈਂਬਰ ਦੇਖਦੇ ਆ। ਸੋ ਨਾ ਇਸ ਕੌਮ ਨੂੰ ਦੁਬਿਧਾ 'ਚ ਨਾ ਪਾਓ। ਚੋਣਾਂ ਆਉਣਗੀਆਂ, ਲੜ ਲਿਓ। ਨਾਮਜ਼ਦ ਹੋ ਕੇ ਤੁਸੀਂ ਕਿਉਂ ਗਲਤ ਤਰੀਕੇ ਨਾਲ ਆਉਂਦੇ ਹੋ ਕਬਜ਼ਾ ਕਰਨ ਵਾਸਤੇ? ਚੋਣ ਕਰਾ ਦੇਵੇ ਸੈਂਟਰ ਸਰਕਾਰ, ਚਲੋ ਸੈਂਟਰ ਸਰਕਾਰ ਅੱਜ ਚੋਣ ਕਰਾ ਦੇ, ਲੜ ਲੈਣ, ਭਾਵੇਂ ਸਾਰੀ ਕਮੇਟੀ ਚੁਣ ਕੇ ਆ ਜਾਣ। ਸਾਨੂੰ ਕੀ ਤਕਲੀਫ ਹੈ ਜੀ? ਸਾਨੂੰ ਕੀ ਤਕਲੀਫ ਹੈ? ਜੇ ਮੇਰੀ ਥਾਂ 'ਤੇ ਕਿਸੇ ਹੋਰ ਨੂੰ ਕੋਈ ਸਿੱਖ ਸੰਗਤ ਚੁਣ ਦੇਗੀ ਤੇ ਚੁਣ ਦੇ, ਮੈਂ ਉਹਦੇ ਕੋਲ ਖੋਣਾ ਕੋਈ ਜਾ ਕੇ? ਸੋ ਇਹ ਭੁਲੇਖੇ ਨਿਕਲ ਜਾਣੇ ਚਾਹੀਦੇ ਸੰਗਤ ਦੇ। ਜਿਹੜਾ ਮਰਜ਼ੀ ਚੁਣਨ, ਭੇਜਣ, ਉੱਥੇ ਸੇਵਾ ਸੰਭਾਲ ਕਰਨ, ਕੌਮ ਦੀ ਇੱਜ਼ਤ ਨੂੰ, ਕੌਮ ਦੀ ਅਣਖ ਨੂੰ, ਕੌਮ ਦੀਆਂ ਸੇਵਾਵਾਂ ਨੂੰ ਇਸ ਤਰ੍ਹਾਂ ਲੋਕਾਂ ਦੇ ਵਿੱਚ ਬਦਨਾਮ ਨਾ ਕਰਨ। ਬਿਲਕੁਲ, ਕੋਈ ਸ਼ੱਕ ਨਹੀਂ ਆ। ਸਵਾਲ ਇੰਨੇ ਨੇ ਇਸ ਵਿਸ਼ੇ ਦੇ ਉੱਤੇ ਕਿ ਤੁਸੀਂ ਇੱਕ ਵਾਰ ਪੁੱਛਣੇ ਸ਼ੁਰੂ ਕਰੋ ਤੇ ਉਸ ਸਵਾਲ ਦੇ ਵਿੱਚੋਂ ਹੀ ਕਈ ਸਵਾਲ ਤੁਹਾਨੂੰ ਉੱਗਦੇ ਨਿਕਲਦੇ ਨਜ਼ਰ ਆਉਣਗੇ, ਕਿਉਂਕਿ ਮਾਮਲਾ ਕੋਈ ਛੋਟਾ ਜਿਹਾ ਮਾਮਲਾ ਨਹੀਂ ਹੈ। ਇਹ ਕਿਸੇ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮਾਮਲਾ ਨਹੀਂ ਹੈ, ਇਹ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਆ ਜਿਹੜੀ ਪੂਰੇ ਮੁਲਕ ਦੇ ਵਿੱਚ ਗੁਰਦੁਆਰਾ ਸਾਹਿਬਾਨ, ਮੁਲਕ ਤੋਂ ਬਾਹਰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਜੇ ਗੱਲ ਕਰ ਲਈਏ ਤੇ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਰਾਬਤਾ ਰੱਖਦੀ ਹੈ, ਉਧਰਲੇ ਪਾਸੇ ਵੀ ਆਪਣੀਆਂ ਸੇਵਾਵਾਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਪਰ ਬਹੁਤ ਸਾਰੇ ਭਰਮ ਭੁਲੇਖੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਇਸ ਸਮੇਂ ਚੱਲਦੀਆਂ ਪਈਆਂ ਜਿਹੜੀਆਂ ਇਸ ਗੱਲ ਦੀ ਮੰਗ ਕਰਦੀਆਂ ਨੇ ਕਿ ਨਿੱਠ ਕੇ ਚਰਚਾ ਕੀਤੀ ਜਾਵੇ। ਇਹ ਜਿਹੜੇ ਭਰਮ ਭੁਲੇਖੇ, ਇਹ ਜਿਹੜੇ ਟਕਰਾਅ ਬਣਦੇ ਪਏ ਨੇ, ਉਹਨਾਂ ਟਕਰਾਵਾਂ ਨੂੰ ਵੀ ਰੋਕਿਆ ਜਾਵੇ, ਭਰਮ ਭੁਲੇਖਿਆਂ ਨੂੰ ਦੂਰ ਕੀਤਾ ਜਾਵੇ, ਤਾਂ ਕਿ ਪੰਥ, ਭਾਵੇਂ ਇਹ ਕਿਹਾ ਜਾ ਰਿਹਾ ਕਿ ਉਹਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਹੀਂ, ਇਹ ਦੋ ਫਾੜ ਹੋਣ ਦੇ ਨਾਲੋਂ ਜਿਹੜਾ ਇੱਕ ਸਿੱਖ ਦੁਚਿੱਤੀ ਦੇ ਵਿੱਚ ਪਿਆ ਹੋਇਆ, ਉਹ ਸਭ ਤੋਂ ਵੱਡੀ ਚਿੰਤਾ ਆ ਕਿ ਉਹ ਇੱਧਰਲੇ ਨੂੰ ਸੱਚ ਮੰਨੇ ਜਾਂ ਉੱਧਰਲੇ ਨੂੰ ਸੱਚ ਮੰਨੇ, ਉਹਦੇ ਲਈ ਸਭ ਤੋਂ ਵੱਡੀ ਸਮੱਸਿਆ। ਤੇ ਇਹ ਦੁਚਿੱਤੀ ਜਿਹੜੀ ਦੂਰ ਹੋਣੀ ਚਾਹੀਦੀ, ਦੂਰ ਹੋਏਗੀ ਜਦੋਂ ਨਿੱਠ ਕੇ ਇਹਦੇ ਤੇ ਵਿਚਾਰ ਕੀਤਾ ਜਾਏਗਾ, ਨਿੱਠ ਕੇ ਇਹਦੇ ਤੇ ਚਰਚਾ ਲੋਕਾਂ ਦੇ ਵਿੱਚ ਜਾ ਕੇ ਕੀਤੀ ਜਾਏਗੀ, ਉਦੋਂ ਪਤਾ ਲੱਗੇਗਾ। ਫਿਲਹਾਲ ਅਜੇ 30 ਤਰੀਕ ਦੇ ਇਜਲਾਸ ਦੇ ਵਿੱਚ ਕਿਹੜਾ ਫੈਸਲਾ ਲਿਆ ਜਾਂਦਾ, ਇਹ ਦੇਖਣਾ ਬਾਕੀ ਹੈ। ਉਹਦੇ ਅਸਰ ਕੀ ਹੋਣਗੇ, ਕਾਨੂੰਨੀ ਲੜਾਈ ਦੇ ਵਿੱਚ ਕਿਹੜੇ ਪਾਸੇ ਤੁਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਚੀਜ਼ਾਂ ਦੇਖਣੀਆਂ ਹੋਣਗੀਆਂ। ਬੀਬੀ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਵਾਲ ਤੁਹਾਨੂੰ ਵੀ ਲੱਗਦਾ ਹੋਏਗਾ ਰਹਿ ਗਏ ਹੋਣਗੇ ਤੇ ਬਹੁਤ ਸਾਰੇ ਜਵਾਬ ਦਰਸ਼ਕਾਂ ਨੂੰ ਵੀ ਅਜੇ ਨਹੀਂ ਮਿਲੇ ਹੋਣਗੇ। ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਜਿੱਥੇ ਜਿੱਥੇ ਜਿਹੜੇ ਖੱਪੇ ਹੈਗੇ, ਜਿੰਨੇ ਯਥਾ ਸੰਭਵ ਹੈ ਅਸੀਂ ਉਹ ਚਰਚਾ ਕਰੀਏ ਤੇ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਜਿਹੜੀ ਇੱਕ ਬਹੁਤ ਵੱਡਾ ਸਮੁੰਦਰ ਹੈ ਔਰ ਇਹ ਮੁੱਕ ਹੀ ਨਹੀਂ ਸਕਦੀ। ਰੋਜ਼ ਤੁਸੀਂ ਇਹਦੇ ਉੱਤੇ ਚਰਚਾ ਕਰੀ ਜਾਓ ਤਾਂ ਵੀ ਨਹੀਂ ਇਹ ਮੁੱਕ ਸਕਦੀ। ਬਿਲਕੁਲ। ਤਾਂ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਆਪ ਇਸ ਗੱਲ ਦੇ ਉੱਤੇ ਸਗਾ ਵਿਚਾਰ ਚਰਚਾ ਕਰੋ। ਸਾਡੇ ਕੋਲੋਂ ਕੋਈ ਗੱਲ ਸਪਸ਼ਟ ਕਰਨੀ ਹੋਵੇ ਤੁਸੀਂ ਸਾਨੂੰ ਹਮੇਸ਼ਾ ਪੁੱਛ ਸਕਦੇ ਹੋ, ਪਰ ਇਹ ਨਹੀਂ ਕਿ ਕਿੰਤੂ ਪਰੰਤੂ ਕਰੀ ਜਾਈਏ ਤੇ ਅਸੀਂ ਆਪਣੇ ਨੂੰ ਸਪਸ਼ਟ ਨਾ ਕਰ ਸਕੀਏ। ਜੀ, ਲੜਾਈ ਨਹੀਂ ਕਰਨੀ ਆਪਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਸਿੱਖ ਸੰਗਤ 'ਚ ਕੋਈ ਦੁਬਿਧਾ ਪਵੇ। ਔਰ ਮੈਂ ਹਮੇਸ਼ਾ ਹਾਜ਼ਰ ਹਾਂ,
ਜਿੰਨੀ ਕੁ ਮੈਂ ਕਿਸੇ ਦੀ ਸਪਸ਼ਟੀਕਰਨ ਕਰ ਸਕਾਂ, ਜਿੰਨੀ ਕੁ ਮੈਂ ਗੱਲ ਦੱਸ ਸਕਾਂ, ਜਿੰਨੀ ਕੁ ਮੈਂ ਉੱਥੇ ਦੀ ਵਿਚਾਰ ਸਾਂਝੀ ਕਰ ਸਕਾਂ, ਮੈਂ ਹਮੇਸ਼ਾ ਹਾਜ਼ਰ ਹਾਂ। ਕਦੀ ਫਿਰ ਆਵਾਜ਼ ਮਾਰੋਗੇ, ਮੈਂ ਹਮੇਸ਼ਾ ਤੁਹਾਡੇ ਕੋਲ ਹਾਜ਼ਰ ਹੋਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬੀਬੀ ਜਗੀਰ ਕੌਰ ਹੋਰਾਂ ਨਾਲ ਗੱਲਬਾਤ ਕੀਤੀ ਆ। ਬੜਾ ਕੁਝ ਤੁਹਾਡੇ ਮਨਾਂ ਦੇ ਅੰਦਰ ਵੀ ਹੋਏਗਾ ਜਿਹੜਾ ਤੁਸੀਂ ਸੋਚ ਰਹੇ ਹੋਵੋਗੇ ਕਿ ਆਹ ਕਿਉਂ ਨਹੀਂ ਪੁੱਛਿਆ ਗਿਆ। ਹੁਣ ਸਮੇਂ ਦੀ ਸੀਮਾ, ਜਿੰਨਾ ਕੁ ਪੁੱਛਿਆ ਜਾ ਸਕਦਾ ਸੀ ਪੁੱਛਿਆ ਗਿਆ ਆ। ਬਾਕੀ ਤੁਸੀਂ ਸਵਾਲਾਂ ਦੇ ਵਿੱਚ ਸਾਡੇ ਤੱਕ ਕਮੈਂਟਸ ਦੇ ਵਿੱਚ ਸਵਾਲ ਪਹੁੰਚਾ ਸਕਦੇ, ਫਿਰ ਉਹਨਾਂ ਸਵਾਲਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਆ ਉਹ ਇੱਕ ਇੰਟਰਵਿਊ ਦੇ ਵਿੱਚ ਪਰੋ ਕੇ ਆਪਾਂ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ। ਫਿਲਹਾਲ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।